ਉਹ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਰੈਕੜ ਹੀ ਬਣੇ ਕੰਮ ਹੁਣ ਤੈਂ ਜੋ ਕਰੇ ਨੇ ਮੁੱਕਣੇ ਦੇ ਬਾਅਦ ਵੀ ਮੈਂ ਰੈਸਟ ਨ ਪਾਵਾ ਯਾਰਾਂ ਦੀ ਤੂੰ ਗੱਲ ਛੱਡ ਐਂਟੀ ਸਾਡੇ ਫੈਨ। सो हेलो गाइस, कैसे हैं आप सब लोग। वेलकम बैक टू आवर चैनल रजनी एंड मोहित रिएक्शंस। गाइस मेरा नाम है मोहित और मेरे साथ ज्वाइन करें मेरी मम्मी। मैं हूँ रजनी, कैसी हैं आप? सो हाँ जी गाइस मैं उम्मीद करता हूँ आप सब खुश होंगे और अपनी फैमिली के साथ एंजॉय कर रहे होंगे। और मैं भगवान से यही दुआ करता हूँ कि भगवान आपको और आपकी फैमिली को खुशियाँ दे, अच्छी हेल्थ दे और आप जिंदगी में जो भी काम करें उसमें आपको बहुत ज़्यादा तरक्की मिले, बहुत ज़्यादा सक्सेस मिले। सो गाइज आज हम जो भी जिस वीडियो पे रिएक्शन देने जा रहे हैं, जैसा कि आपको जो हमारे व्यूअर्स हैं जो हमें देखते हैं तो उनको पता होगा कि हमने कल सिद्धू मूसेवाला पाजी का जो एक जंगनामा उनकी एक वीडियो आई थी, इंटरव्यू आया था, जिसमें उनके एक कॉलेज फ्रेंड जिनका नाम है तजिंदर सिंह गिल और जो इंटरव्यू के होस्ट हैं उनका नाम है रतनदीप सिंह धालीवाल। सो गाइज बेसिकली ये एक इंटरव्यू है जिसमें सिद्धू पाजी के जो कॉलेज फ्रेंड हैं, सबसे उनके क्लोज फ्रेंड, तो उनसे वो इंटरव्यू ले रहे हैं रतनदीप सिंह जी, और उनकी जो जीवनी थी, जो उनकी स्टोरी थी, सिद्धू पाजी कैसे थे, है ना, तो उनके बारे में ये सारा इंटरव्यू है। सो गाइज कल हमने इसका पहला पार्ट बना दिया था। आई होप कि आपने देखा होगा, जो हमारे नए व्यूअर्स हैं और जो पुराने व्यूअर्स हैं उनको पता होगा। सो गाइज उसी को हम आज कंटिन्यू करेंगे। तो पहला पार्ट हमने बना दिया है। सो गाइज पहले पार्ट का जो लिंक होगा वो मैं अपने डिस्क्रिप्शन बॉक्स में दे दूंगा, वहाँ पे जाके आप हमारा पहला पार्ट देख सकते हैं और हमारे चैनल को भी सब्सक्राइब कर देना गाइज अगर आपको अच्छी लगती है वीडियो। सो गाइज आज हम कंटिन्यू करेंगे इस वीडियो को और इसका सेकंड पार्ट पे हम आज वीडियो बना रहे हैं। सो गाइज बिना देरी किए पहले इसका सेकंड पार्ट देखते हैं, उसके बाद हम अपना रिएक्शन देंगे। सो लेट अस स्टार्ट द वीडियो। थ्री टू वन। ਘੱਟ ਹੈ, ਕਮਰਸ਼ੀਅਲ ਪੱਖ ਨੂੰ ਵੱਧ ਹੈ। ਤੇ ਲਾਇਸੈਂਸ ਗਾਣੇ ਦੀ ਹੋਰ ਦੱਸਾਂ, ਇਹ ਹੋਸਟਲ 'ਚ ਸੁੱਤਾ ਪਿਆ ਸੀ ਉਦੋਂ ਕਿ ਨਾ ਵੈਬਸਾਈਟਸ ਚੱਲਦੀਆਂ ਹੁੰਦੀਆਂ ਸੀ, ਡੀਜੇ ਪੰਜਾਬ ਜੀ ਬਿਲਕੁਲ, vipjut.com ਕੁਛ ਇਸ ਤਰੀਕੇ ਦੇ। ਸਿੱਧੂ ਦਾ ਗਾਣਾ ਹੀ ਤੇ ਪਰ ਮੈਂ ਤੇ ਸਿੱਧੂ ਨੇ ਉਹ ਗਾਣਾ ਜਿਸ ਦਿਨ ਰਾਤ ਵੀਡੀਓ ਅਗਲੇ ਦਿਨ ਆਉਂਦੀ ਹੁੰਦੀ ਸੀ YouTube ਤੇ, ਰਾਤ ਨੂੰ ਗਾਣਾ ਆਡੀਓ 'ਚ ਆ ਜਾਂਦਾ ਹੁੰਦਾ ਸੀ ਇਹ ਵੈਬਸਾਈਟਸ ਤੇ ਜੀ। ਮੈਂ ਡਾਊਨਲੋਡ ਕੀਤਾ ਤੇ ਮੈਂ ਸਿੱਧੂ ਨੂੰ ਫੋਨ ਲਾਇਆ, ਦੂਜੇ ਫੋਨ ਤੋਂ ਮੈਂ ਪਲੇ ਕੀਤਾ ਗਾਣਾ ਤੇ ਅਸੀਂ ਦੋਨਾਂ ਨੇ ਉਹ ਗਾਣਾ ਪਹਿਲੀ ਵਾਰੀ ਲਾਇਸੈਂਸ ਸੁਣਿਆ ਤੇ ਉਹ ਸਾਡੇ ਲਈ ਐਡੀ ਕੁ ਵੱਡੀ ਅਚੀਵਮੈਂਟ ਸੀ। ਤੇ ਉਸ ਗਾਣੇ ਤੋਂ ਲੈ ਕੇ ਉਹਦੇ ਲੈਵਲਸ ਗਾਣੇ ਤੱਕ ਮੇਰੇ ਨਾਲ ਪਤਾ ਨਹੀਂ ਕਿਉਂ ਹੋਇਆ ਕਿ ਜਿੰਨੀ ਵਾਰ ਮੈਂ ਉਹਦਾ ਗਾਣਾ ਸੁਣਿਆ ਮੇਰੇ ਰੌਂਗਟੇ ਖੜੇ ਹੋ ਜਾਂਦੇ ਸੀ। ਸ਼ਾਇਦ ਮੇਰੀ ਉਹ ਫੀਲਿੰਗ ਸੀ ਕਿ ਉਹਦਾ ਸੁਪਨਾ ਸਾਕਾਰ ਹੋਈ ਜਾਂਦਾ ਤੇ ਮੇਰਾ ਭਰਾ ਗਾਣੇ ਗਾ ਰਿਹਾ, ਉਹ ਹਰ ਐਂਡ ਤੱਕ ਫਰੈਸ਼ ਰਹੀ ਉਹ ਫੀਲਿੰਗ। ਅਸੀਂ ਦੋਨਾਂ ਨੇ ਉਹ ਗਾਣਾ ਸੁਣਿਆ ਤੇ ਸਾਡੇ ਦੋਨਾਂ ਦੇ ਅੱਖਾਂ 'ਚ ਹੰਝੂ ਸੀ ਜਦੋਂ ਉਹਨਾਂ ਨੇ ਉਹ ਗਾਣੇ 'ਚ ਸ਼ੁਭਦੀਪ ਸਿੱਧੂ ਸੀਗਾ, ਲਿਰਿਕਸਿਸਟ ਦਾ ਨਾਮ ਉਹ 'ਚ ਸ਼ੁਭਦੀਪ ਸਿੱਧੂ ਸੀਗਾ। ਜਦੋਂ ਉਹਦਾ ਨਾਮ ਸੁਣਿਆ ਅਸੀਂ ਉਹਦੇ ਵੀ ਅੱਖਾਂ 'ਚ ਹੰਝੂ ਤੇ ਅਸੀਂ ਪਤਾ ਨਹੀਂ ਕਿੰਨੇ ਮਿੰਟ ਬਾਅਦ 'ਚ ਰੋਈ ਗਏ ਉਹ ਗਾਣਾ ਸੁਣ ਕੇ। ਤੇ ਉਹ ਗਾਣਾ ਅਸਲ 'ਚ ਦੋ ਗਾਣਿਆਂ ਦਾ ਕੰਬੀਨੇਸ਼ਨ ਸੀਗਾ ਜਿਹੜਾ ਸਿੱਧੂ ਨੇ ਉਦੋਂ ਅਸੀਂ ਦੋਨਾਂ ਨੇ ਰਿਅਲਾਈਜ਼ ਕੀਤਾ। ਨਿੰਜੇ ਨੂੰ ਉਹ ਦੋ ਗਾਣੇ ਦਿੱਤੇ ਗਏ ਸੀ, ਇੱਕ ਪੂਰਾ ਲਾਇਸੈਂਸ ਗਾਣਾ ਸੀ, ਇੱਕ ਐਂਡ 'ਚ ਉਹਦੇ ਪੈਰਾਗ੍ਰਾਫ ਆਉਂਦਾ ਜਿਸ 'ਚ ਉਹਨੇ ਕਿਹਾ ਸੀ ਕੁੰਡੀ ਮੁੱਛ ਨਾ ਕੋਈ ਮਰਦ ਦਲੇਰ ਬਣੇ, ਤੇ ਉਹ ਦੋਨੋਂ ਗਾਣੇ ਕੰਬਾਈਨ ਕਰਕੇ ਉਹ ਰਿਲੀਜ਼ ਕੀਤਾ ਗਿਆ ਸੀ। ਤੇ ਇਹਨੇ ਬਹੁਤ ਕੁਝ ਦੇਖ ਲਿਆ ਸੀ ਕਿ ਕਿਵੇਂ ਕਮਰਸ਼ੀਅਲ ਪੱਖ ਨਾਲ ਚੱਲਦਾ ਜਾਂ ਕਿਵੇਂ। ਤੇ ਉੱਤੋਂ ਕੁਦਰਤੀ ਇਹਦੀ ਬਹਿਣੀ ਉੱਠਣੀ ਜਿਹੜੀ ਸੀ ਉਹ ਪਿੰਡ ਦੇ ਬਜ਼ੁਰਗਾਂ ਨਾਲ, ਤੇ ਬਹੁਤ ਹੀ ਮੈਨੂੰ ਨਹੀਂ ਲੱਗਦਾ ਅਜੋਕੇ ਸਮੇਂ 'ਚ ਇਹੋ ਜਿਹਾ ਕੋਈ ਲਿਖਦਾ ਹੋਊਗਾ ਜਿਹਨੂੰ ਇੰਨੇ ਪੁਰਾਣੇ ਸ਼ਬਦ ਪਤਾ ਹੋਣਗੇ ਜੀ, ਤੇ ਇਹੋ ਜਿਹੀਆਂ ਗੱਲਾਂ ਲਿਖਦਾ ਹੋਊਗਾ। ਚਾਹੇ ਉਹਦਾ ਤੁਸੀਂ ਗਾਣੇ ਸੁਣਨ 'ਤੇ ਆ ਜਾਓ ਤਾਂ ਬਹੁਤ ਇਹੋ ਜਿਹੇ ਸ਼ਬਦ ਹੋਣਗੇ ਤੁਹਾਨੂੰ ਲੱਗਦਾ ਕਿ ਬੰਦਾ ਸੱਥ 'ਚ ਬੈਠਾ ਹੋਇਆ। ਤੇ ਉਹਦਾ ਕੰਬੀਨੇਸ਼ਨ ਕਿਹਦੇ ਨਾਲ ਰਲਦਾ, ਉਹਦੇ ਰੋਲ ਮਾਡਲਸ ਜਿਹੜੇ ਟੁਪਾਕ ਹੋਣੀ ਸੀ, ਜਿਹੜਾ ਉਹਦਾ ਕੰਬੀਨੇਸ਼ਨ ਬਣਿਆ ਬਣਾਉਣ ਦੀ ਅੱਜ ਵੀ ਲੋਕੀ ਕੋਸ਼ਿਸ਼ ਕਰੀ ਜਾਂਦੇ ਕਿ ਅਸੀਂ ਸਿੱਧੂ ਵਰਗੇ ਬਣ ਜਾਈਏ। ਪਰ ਮੈਨੂੰ ਲੱਗਦਾ ਕਿ ਉਹਦੇ ਪਿੱਛੇ ਬਹੁਤ ਚੀਜ਼ਾਂ ਨੇ ਜਿਹਦੇ ਕਰਕੇ ਉਹ ਸਿੱਧੂ ਬਣਿਆ ਸੀ, ਸਿੱਧੂ ਮੂਸੇਵਾਲਾ ਬਣਿਆ ਸੀ, ਤੇ ਉਹ ਚੀਜ਼ਾਂ ਐਂਡ ਤੱਕ ਸਟੈਂਡ ਆਊਟ ਰਹੀਆਂ। ਤੇ ਚਲੋ ਅੰਕਲ ਨੇ ਕਿਹਾ ਕਿ ਪੁੱਤ ਇੱਕ ਵਾਰ ਬਾਹਰ ਚਲ ਜਾ, ਕਿਉਂਕਿ ਟਰੈਂਡ ਸੀ ਬਾਹਰ ਦਾ ਜੀ, ਤੇ ਉਹੀ ਸਾਨੂੰ ਸੌਖਾ ਵੇ ਲੱਗਾ ਕਿ ਕੱਲ੍ਹ ਨੂੰ ਸੈਟਲ ਹੋ ਜਾਊਗਾ, ਮੁੜ ਕੇ ਥੋੜ੍ਹੀ ਕਮਾਈ ਵੱਧ ਜੂਗੀ ਜੀ, ਤੇ ਉਹਦੇ ਨਾਲ ਫਿਰ ਜੇ ਆਪਣਾ ਪੈਸ਼ਨ ਅੱਗੇ ਕਰਨਾ ਚਾਹੇ ਤਾਂ ਕਰ ਲਵੇ। ਤਾਂ ਇਹ ਪਰ ਚਾਹੁੰਦਾ ਸੀ ਕਿ ਜਿੱਦਾਂ ਇਹਦੇ ਲਿੰਕਅਪਸ ਬਣ ਗਏ ਕਿ ਤੇਜੀ ਤੂੰ ਐਂ ਕਰ, ਪਾਪਾ ਨੂੰ ਇਹ ਕਹਿ ਕਿ ਮੈਂ ਨਹੀਂ ਜਾਣਾ ਬਾਹਰ, ਹੁਣ ਮੇਰੇ ਇੱਥੇ ਲਿੰਕ ਨੇ, ਮੈਂ ਬਾਹਰ ਚਲ ਗਿਆ ਮੈਂ ਫਿਰ ਟੁੱਟ ਜੂ। ਹੁਣ ਮੈਂ ਕਿਸੇ ਨੂੰ ਗਾਣਾ ਦਿੱਤਾ ਹੋਇਆ, ਮੇਰਾ ਨਾਂ ਬਣਿਆ ਹੋਇਆ, ਇੱਥੇ ਮੈਂ ਸਿੰਗਰ ਵੱਧ ਨੇ, ਕਿਉਂਕਿ ਕੈਨੇਡਾ 'ਚ ਉਦੋਂ ਐਜ਼ ਅ ਮਿਊਜ਼ਿਕ ਇੰਡਸਟਰੀ ਐਡੀ ਡਿਵੈਲਪ ਨਹੀਂ ਸੀ ਜੀ। ਤੇ ਉਸ ਤਰੀਕੇ ਨਾਲ ਫਿਰ ਮੈਂ ਅੰਕਲ ਨੂੰ ਫੋਨ ਕੀਤਾ ਆਪਣੇ, ਜਿੱਤੋਂ ਇਹ ਕਹਿਣ ਨੂੰ ਕਿ ਅੰਕਲ ਛੱਡੋ ਇਹਨੂੰ, ਆਪਾਂ ਬਾਹਰ ਨਹੀਂ ਭੇਜਣਾ, ਜਦ ਕਿ ਇਹਦਾ ਆਇਲਸ ਵੀ ਹੋ ਚੁੱਕੀ ਸੀ, ਇਹਦੀ ਫਾਈਲ ਵੀ ਲੱਗ ਚੁੱਕੀ ਸੀ। ਪਰ ਅੰਕਲ ਨੇ ਮੈਨੂੰ ਇੱਕੋ ਗੱਲ ਕਹੀ, ਕਹਿੰਦੇ ਪੁੱਤ ਮੇਰੀ ਇੱਕੋ ਗੱਲ ਮੰਨ ਲਵੇ, ਮੈਂ ਕਦੇ ਇਹਨੂੰ ਕਿਹਾ ਨਹੀਂ ਬਾਹਲਾ ਕਿ ਬਾਅਦ 'ਚ ਜੋ ਕਰਨਾ ਇਹ ਕਰੇ, ਇੱਕ ਵਾਰ ਆਪਣੇ ਪੈਰਾਂ 'ਤੇ ਹੋ ਜੇ ਜੀ, ਜਿਵੇਂ ਹੁਣ ਚੱਲ ਰਿਹਾ ਸਾਰੇ।
ਤੇ ਮੈਨੂੰ ਹੁਣ ਨਾ ਇੱਕ ਵੇ 'ਚ ਗੱਲ ਦੱਸਣੀ ਸ਼ਾਇਦ ਔਖੀ ਲੱਗ ਰਹੀ ਹੈ, ਫਿਰ ਵਿੱਚ ਗੱਲਾਂ ਰੀਕੈਪ ਹੋ ਜਾਂਦੀਆਂ ਕਿ ਲਾਇਸੈਂਸ ਗਾਣਾ ਇਹਦਾ ਆਉਂਦਾ ਤਾਂ ਇਹਨੂੰ ਕਿਸੇ ਨੇ ਕਮੈਂਟ ਵੀ ਕੀਤਾ ਸੀ ਕਿ ਬਾਈ ਤੇਰਾ ਲਾਇਸੈਂਸ ਗਾਣਾ ਸੁਣ ਕੇ ਨਾ ਸਾਡਾ ਐਂ ਦਿਲ ਕਰਦਾ ਕਿ ਜਿਵੇਂ ਨਾ ਲਾਇਸੈਂਸ ਡਰਾਈਵਿੰਗ ਵਾਲਾ ਪਾੜ ਦਈਏ। ਹਾਂ, ਉਹ ਚੀਜ਼ ਸਿੱਧੂ ਨੇ ਸ਼ੇਅਰ ਵੀ ਕਰਿਆ ਸਕਰੀਨਸ਼ਾਟ ਆਪਦੀ ਪਰਸਨਲ ਆਈਡੀ ਦੇ ਉੱਤੇ। ਹਾਂਜੀ, ਤੇ ਹਜੇ ਵੀ ਮੈਨੂੰ ਲੱਗਦਾ ਉੱਥੇ ਹੈਗਾ, ਬਿਲਕੁਲ ਹੈਗਾ। ਹਾਂਜੀ, ਤੇ ਅਸੀਂ ਉਹ ਚੀਜ਼ ਨੂੰ ਜਦੋਂ ਦੇਖਿਆ ਤੇ ਅਸੀਂ ਬੜਾ ਹੱਸੇ ਜੀ। ਤੇ ਸਿੱਧੂ ਦਾ ਇਹ ਪੱਖ ਕਦੇ ਦੁਨੀਆ ਦੇ ਸਾਹਮਣੇ ਨਹੀਂ ਆਇਆ ਕਿ ਉਹ ਬਹੁਤ ਹੀ ਮਹਿਫਲ ਦੀ ਜਾਨ, ਉਹਨੂੰ ਇੰਨੀ ਗੱਲ ਆਉਂਦੀ ਹੁੰਦੀ ਸੀ, ਕਿਸੇ ਨੂੰ ਟਿਕਣ ਨਹੀਂ ਦੇਣਾ, ਛੇੜੀ ਜਾਣਾ, ਹੱਸੀ ਜਾਣਾ, ਤੇ ਲੋਕਾਂ ਨੂੰ ਇਹੀ ਲੱਗਦਾ ਸੀ ਇਹ ਗੁੱਸੇ 'ਚ ਹੀ ਰਹਿੰਦਾ, ਇਹ ਹੰਕਾਰਿਆ ਹੋਇਆ ਵੱਧਦਾ ਜੀ। ਪਰ ਅਸਲ 'ਚ ਜਿਹੜਾ ਬੰਦਾ ਉਹਨੂੰ ਵਿਚਰਿਆ ਉਹੀ ਜਾਣਦਾ ਕਿ ਸਿੱਧੂ ਅਸਲ 'ਚ ਹੈ ਕੀ ਸੀ ਜੀ। ਤੇ ਚਲੋ ਇਹ ਫਿਰ ਉੱਥੋਂ ਬਾਅਦ 'ਚੋਂ ਜਿੱਦਣ ਇਹਨੇ ਬਾਹਰ ਜਾਣਾ ਹੁੰਦਾ ਉਸ ਰਾਤ ਵੀ ਮੈਂ ਇੱਥੇ ਹੁੰਦਾ, ਇੱਕ ਦਿਨ ਪਹਿਲਾਂ ਅਸੀਂ ਦੇਖਦੇ ਹਾਂ, ਮੈਂ ਸਿੱਧੂ ਦਾ ਦੇਖਿਆ ਕਿ ਉਹਨੇ ਨਾ ਇੱਕ ਹੁੱਡੀ ਛਪਵਾਈ ਹੋਈ ਸੀ, ਉੱਥੇ ਇੱਕ ਸ਼ੇਰ ਬਣਿਆ ਹੋਇਆ ਸੀ ਜੀ, ਉਹਦੇ ਉੱਤੇ ਲਿਖਿਆ ਸੀ ਸਿੱਧੂ, ਥੱਲੇ ਲਿਖਿਆ ਹੋਇਆ ਸੀ ਮੂਸੇ ਵਾਲਾ। ਜਦ ਕਿ ਸਾਨੂੰ ਹੋਸਟਲ ਟਾਈਮ ਮੂਸਾ ਸ਼ਬਦ ਸੁਣਨੇ ਨੂੰ ਬਹੁਤ ਔਡ ਜਿਹਾ ਲੱਗਦਾ ਹੁੰਦਾ ਸੀ, ਤੇ ਅਸੀਂ ਇਹਨੂੰ ਕਹਿਣਾ ਕਿ ਆਹ ਕੀ ਮੂਸਾ, ਹੇ ਮੂਸਾ, ਜਿੱਦਾਂ ਹੇ ਹਿਟਲਰ ਕਹਿੰਦਾ, ਅਸੀਂ ਇਹਨੂੰ ਵਿਅੰਗ ਕਰੀ ਜਾਣਾ। ਪਰ ਉਹ ਬੰਦੇ 'ਚ ਕੌਨਫੀਡੈਂਸ ਹੀ ਇੰਨਾ ਸੀ, ਉਹਨੂੰ ਇਹ ਸੀ ਕਿ ਜੇ ਮੈਂ ਚੱਲਣਾ ਹੋਇਆ ਮੈਂ ਐਵੇਂ ਹੀ ਚੱਲ ਜੂ, ਮੈਨੂੰ ਕੋਈ ਇਹੋ ਜਿਹੀ ਕੈਚੀ ਜਿਹਾ ਲੋੜ ਨਹੀਂ, ਜੋ ਮੈਂ ਕਰਨਾ ਮੈਂ ਉਵੇਂ ਹੀ ਕਰੂੰ। ਈਵਨ ਸਾਡੇ ਇੱਕ ਵਾਰ ਨਾ ਉਦੋਂ ਇੱਕ ਟਰੈਂਡ ਹੁੰਦਾ ਸੀ ਕਿ ਫਿਲਮਾਂ ਦੀ ਪ੍ਰਮੋਸ਼ਨ ਕਰਨ ਨਾ ਅਕਸਰ ਆ ਜਾਂਦੇ ਹੁੰਦੇ ਸੀ ਕਾਲਜਾਂ 'ਚ ਜੀ, ਬਿਲਕੁਲ, ਸਿੰਗਰ ਐਕਟਰਸ। ਤੇ ਸਾਡੇ ਇੱਕ ਵਾਰੀ ਇੱਦਾਂ ਹੀ ਕੋਈ ਸਿੰਗਰ ਕਮ ਐਕਟਰ ਆਇਆ ਤੇ ਉਹਨੇ ਗਾਣਾ ਗਾਇਆ, ਤੇ ਆਡੀਟੋਰੀਅਮ 'ਚ ਜਦੋਂ ਗਾਣਾ ਗਾ ਕੇ ਹਟਿਆ ਤੇ ਲੋਕਾਂ ਨੇ ਚੀਕਾਂ ਛੱਡਤੀਆਂ ਤੇ ਬੜਾ ਕੁਛ। ਸਿੱਧੂ ਮੇਰੇ ਨਾਲ ਬੈਠਾ ਤੇ ਮੈਨੂੰ ਕਹਿੰਦਾ ਯਾਰ ਉਹੀ ਚੀਜ਼ਾਂ ਗਾਈ ਜਾਂਦੇ ਨੇ ਜੋ 50 ਸਾਲ ਪਹਿਲਾਂ ਗਾਈਆਂ ਨੇ, ਉਹੀ ਚੀਜ਼ਾਂ, ਝਾਂਜਰਾਂ ਦੀਆਂ ਗੱਲਾਂ, ਉਹੀ ਕੁੜੀ ਦਾ ਪਰਾਂਦਾ ਸੋਹਣਾ ਹੈ, ਉਹੀ ਗੱਲਾਂ ਕਰੀ ਜਾਂਦੇ ਨੇ ਜੀ, ਕਿ ਇਹਨਾਂ ਕੋਲੇ ਕੁਛ ਨਵਾਂ ਤਾਂ ਨਹੀਂ ਗਾ ਕੇ ਗਿਆ ਇਹ। ਤੇ ਮੈਂ ਉਹਨੂੰ ਫਿਰ ਉਵੇਂ ਵਿਅੰਗ ਜਿੱਦਾਂ ਮੈਂ ਉਹਦੀ ਨਖੇਦੀ ਕਰ ਦਿੰਦਾ ਹੁੰਦਾ ਸੀ, ਤੂੰ ਕੀ ਕਰੇਂਗਾ, ਜਿੱਦਣ ਕਰੂੰਗਾ ਨਾ ਕਹਿੰਦਾ ਸਿਰੇ ਦਾ ਹੀ ਕਰੂੰਗਾ। ਤੇ ਉਹ ਗੱਲ ਅੱਜ ਵੀ ਇਹਦੇ ਇੰਨਾ ਮਤਲਬ ਗੱਲ ਉਹ ਸੱਚ ਵੀ ਸਾਬਤ ਹੋਈ ਹੈ ਬਾਅਦ 'ਚ ਕਿ ਉਹਨੇ ਜੋ ਕੀਤਾ ਉਹ ਸਿਰੇ ਦਾ ਹੀ ਕੀਤਾ, ਜੋ ਉਹਨੇ ਕਿਹਾ ਉਹ ਸੱਚ ਹੋਇਆ। ਤੇ ਉਸ ਤੋਂ ਬਾਅਦ 'ਚੋਂ ਚਲੋ ਉਹ ਚੱਲ ਜਾਂਦਾ ਬਾਹਰ, ਤੇ ਬਾਹਰ ਜਾ ਕੇ ਸਾਰਿਆਂ ਨੂੰ ਪਤਾ ਹੀ ਉਹਦੇ ਲਿੰਕਅਪਸ ਹੁੰਦੇ ਨੇ, ਉਹਦੇ ਗਾਣੇ ਇੰਡੀਆ ਜਦ ਕਿ ਰਿਕਾਰਡ ਉਹ ਇੰਡੀਆ ਤੋਂ ਵੀ ਕਰਕੇ ਗਿਆ ਸੀ ਗੇਮ ਚੇਂਜਰਸ ਨਾਲ ਜੀ, ਕਿਉਂਕਿ ਸਾਨੂੰ ਕਿਤੇ 2.5 ਲੱਖ ਮੰਗ ਰਿਹਾ ਸੀ। ਉਹਨੇ ਇਹ ਨਹੀਂ ਸੋਚਿਆ ਕਿ ਮੈਂ ਨਾਮ ਵਾਲੇ ਮਿਊਜ਼ਿਕ ਡਾਇਰੈਕਟਰ ਤੋਂ ਕਰਾਵਾਂ ਤਾਂ ਹੀ ਹਿੱਟ ਹੋਵਾਂ, ਉਹਨੂੰ ਇੱਦਾਂ ਹੀ ਗੇਮ ਚੇਂਜਰ ਨਾਲ ਉਹਦੀ ਮੁਲਾਕਾਤ ਹੁੰਦੀ ਹੈ ਤੇ ਉਹਨੇ ਉਹਦੇ 'ਤੇ ਹੀ ਵਿਸ਼ਵਾਸ ਕੀਤਾ ਤੇ ਉਹਨੂੰ ਉਹੀ ਵਧੀਆ ਲੱਗਿਆ ਤੇ ਉਹਨੇ ਉਹਦੇ ਤੋਂ ਗਾਣੇ ਰਿਕਾਰਡ ਕੀਤੇ, ਲਿਖੇ। ਤੇ ਮੈਂ ਜਦੋਂ ਉਹਦੇ ਗਾਣੇ ਇੰਡੀਆ ਸੁਣੇ ਨਾ, ਜਦੋਂ ਜਾਣਾ ਸੀ ਉਹਨੇ, ਤੇ ਉਹਨੇ ਗਾਣੇ ਸੁਣਾਏ ਤੇ ਮੈਨੂੰ ਲੱਗਾ ਕਿ ਇਹਨੇ ਪਤਾ ਨਹੀਂ ਜਿੱਦਾਂ ਬਹੁਤ ਹੀ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਐਲਬਮ ਤਿਆਰ ਕੀਤੀ ਹੁੰਦੀ ਨਾ, ਇੱਦਾਂ ਉਹਦੇ ਗਾਣੇ ਸੀ ਪੂਰੇ ਕੰਪਲੀਟ। ਇਹ ਨਹੀਂ ਕਿ ਚਾਹ ਨਖੇਦੀ ਕਰ ਦੋ, ਆਹ ਨਹੀਂ ਸਹੀ, ਆਹ ਨਹੀਂ ਸਹੀ, ਕੱਲਾ ਕੱਲਾ ਵਰਡ ਵਜਨਦਾਰ। ਤੇ ਉਹ ਜਦੋਂ ਬਾਹਰ ਚਲ ਗਿਆ ਤਾਂ ਉਸ ਤੋਂ ਬਾਅਦ 'ਚੋਂ ਉਹ ਸਿੱਧੂ ਮੂਸੇ ਵਾਲਾ ਬਣ ਗਿਆ ਤੇ ਸਾਰਿਆਂ ਸਾਹਮਣੇ ਆ ਗਿਆ ਜੀ। ਉਹ ਪਹਿਲਾਂ ਹੀ ਜਿਹੜੀ ਉਹ ਚੀਜ਼ ਸੀ ਉਹ ਬਣਾ ਕੇ ਲੈ ਕੇ ਗਿਆ ਸੀ। ਹਾਂਜੀ, ਉਹਨੇ ਪਹਿਲਾਂ ਹੀ ਉਹਦੇ ਕੋਲੇ ਸੀਗੀਆਂ। ਜੇ ਹੁਣ ਆਪਾਂ ਕਹੀਏ ਕਿ ਕਿਸੇ ਕੰਪਨੀ ਨੇ ਉਹਦੇ 'ਤੇ ਵਰਕ ਕਰਕੇ ਉਹਨੂੰ ਨਿਖਾਰਿਆ ਤਾਂ ਇਹ ਗੱਲ ਨਹੀਂ ਹੋ ਸਕਦੀ, ਕੋਈ ਕੰਪਨੀ ਇਹ ਨਹੀਂ ਕਲੇਮ ਕਰ ਸਕਦੀ ਮੇਰੇ ਹਿਸਾਬ ਨਾਲ ਕਿ ਅਸੀਂ ਸਿੱਧੂ ਮੂਸੇ ਵਾਲੇ ਨੂੰ ਕਿਹਾ ਐਂ ਗਾ ਦੇ ਜਾਂ ਮਿਊਜ਼ਿਕ ਲੈ ਲਾ ਤਾਂ ਤੂੰ ਚੱਲ ਜਾਏਗਾ। ਉਹਦੇ ਕੋਲੇ ਪ੍ਰੋਜੈਕਟ ਸੀਗੇ, ਹਾਂ ਕੰਪਨੀ ਨੇ ਇਹ ਹੈਲਪ ਜ਼ਰੂਰ ਕੀਤੀ ਕਿ ਹਾਂ ਵੀ ਅਸੀਂ ਤੈਨੂੰ ਲਾਂਚ ਕਰਨ ਲਈ ਇੱਕ ਲੇਬਲ ਦੇ ਦਿੰਦੇ ਹਾਂ, ਤੇਰਾ ਤੂੰ ਲੀਕਡ ਗਾਣੇ ਤੇਰੇ ਹੋ ਚੁੱਕੇ ਨੇ ਪਹਿਲਾਂ ਹੀ, ਲੋਕ ਸਰਚ ਤਾਂ ਕਰਨ ਲੱਗ ਪਏ ਨੇ ਕੌਣ ਹੈ, ਆਪਾਂ ਤੈਨੂੰ ਓਫੀਸ਼ੀਅਲ ਵੇ 'ਚ ਇੱਕ ਵਧੀਆ ਵੀਡੀਓ ਬਣਾ ਕੇ ਤੋੜ ਦਿੰਦੇ ਹਾਂ। ਮੈਨੂੰ ਲੱਗਦਾ ਉਹ ਵੀਡੀਓ ਵੀ $500 ਦੀ ਬਣੀ ਸੀ, ਸੋ ਹਾਈ ਦੀ, ਜਿਹੜੀ ਉਹਨੇ ਕੀਤੀ ਜੀ, ਬੜਾ ਖਰਚਾ ਨਹੀਂ ਜੀ। ਮੈਂ ਇਸ ਤੋਂ ਅਗਲੀ ਗੱਲ ਤੇ ਆਉਂਗਾ, ਜਿਵੇਂ ਤੁਸੀਂ ਲਾਇਸੈਂਸ ਗਾਣੇ ਦਾ ਦੱਸਿਆ ਵੀ ਅਸਲ ਦੇ ਵਿੱਚ ਉਹ ਸ਼ਹੀਦ ਊਧਮ ਸਿੰਘ ਜੀ ਤੇ ਲਿਖਿਆ ਗਿਆ ਸੀ। ਬਹੁਤ ਸਾਰੇ ਗਾਣੇ ਆ, ਹਾਂਜੀ, ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਵੀ ਸਿੱਧੂ ਨੇ ਆਪਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਗਈਆਂ, ਜਾਂ ਜਿੱਦਾਂ ਦੀ ਉਹਦੀ ਜ਼ਿੰਦਗੀ ਚੱਲ ਰਹੀ ਸੀ ਉਹਦੇ ਤੇ ਲਿਖਦਾ ਸੀ। ਤੁਹਾਡੇ ਨਾਲ ਅਕਸਰ ਫੋਨ ਦੇ ਉੱਤੇ ਗੱਲਬਾਤ ਹੁੰਦੀ ਸੀਗੀ, ਡਿਸਕਸ ਕਰਦਾ ਸੀ ਗਾਣੇ। ਕੁਝ ਗਾਣਿਆਂ ਬਾਰੇ ਤੁਸੀਂ ਦੱਸ ਸਕਦੇ ਹੋ, ਲੋਕਾਂ ਨੂੰ ਪਰਦਾ ਚੱਕ ਸਕਦੇ ਹੋ ਵੀ ਕਿਹੜੀਆਂ ਚੀਜ਼ਾਂ ਕਿਵੇਂ ਹੋਈਆਂ ਸੀ, ਜਾਂ ਉਹਨਾਂ ਦੇ ਪਿੱਛੇ ਉਹ ਕਿਸ ਸੋਚ ਨੂੰ ਲੈ ਕੇ, ਮਕਸਦ ਨੂੰ ਲੈ ਕੇ ਲਿਖੇ ਗਏ ਸੀਗੇ? ਉਹਦੇ ਗਾਣੇ ਲਿਖਣ ਦਾ ਨਾ ਮੈਨੂੰ ਅੱਜ ਤੱਕ ਨਹੀਂ, ਮੈਂ ਨਾ ਅਕਸਰ ਪੁੱਛਦਾ ਹੁੰਦਾ ਸੀ, ਜਿੱਦਾਂ ਉਹਦਾ ਕਈ ਗਾਣੇ ਨੇ ਜਿਨ੍ਹਾਂ 'ਚ ਮੈਂ ਉਹਨੂੰ ਪੁੱਛਣਾ ਯਾਰ ਤੂੰ ਆਹ ਲਿਖ ਕਿਵੇਂ ਗਿਆ, ਆਹ ਗੱਲ ਤੇਰੇ ਦਿਮਾਗ 'ਚ ਕਿਵੇਂ ਆ ਗਈ? ਕਿਉਂਕਿ ਇੱਕ ਤਾਂ ਹੁੰਦਾ ਤੁਸੀਂ ਹੁਣ ਲੋਕਾਂ ਨੇ ਸਿੱਧੂ ਮੂਸੇ ਵਾਲਾ ਹੀ ਦੇਖਿਆ ਸੀ ਜੀ, ਤਾਂ ਉਹਨਾਂ ਨੇ ਇਹ ਚੀਜ਼ ਈਜ਼ੀਲੀ ਅਸੈਪਟ ਕਰ ਲਈ ਸੀ ਕਿ ਉਹਦਾ ਸਿਰਾ ਹੀ ਲਿਖਦਾ। ਮੈਂ ਸ਼ੁਭਦੀਪ ਸਿੱਧੂ ਨੂੰ ਮਿਲਿਆ ਸੀ, ਜਿਹੜਾ ਸਾਡੇ ਨਾਲ ਹੱਸਦਾ ਰਹਿੰਦਾ ਸੀ, ਗੱਲਾਂ ਕਰਦਾ ਰਹਿੰਦਾ ਸੀ, ਕਬੱਡੀ ਖੇਡਦਾ ਹੁੰਦਾ ਸੀ, ਸਟਰਗਲ ਕਰਦਾ ਦੇਖਿਆ ਸੀ ਉਹਨੂੰ।
ਸਾਡੇ ਲਈ ਤਾਂ ਉਹ 1243 ਸੀਗਾ। ਤੇ ਜਦੋਂ ਉਹਨੂੰ ਦੇਖਦੇ ਸੀਗੇ ਲੋਕੀ ਕਹਿੰਦੇ ਯਾਰ ਸਿਰਾ ਲਿਖੀ ਜਾਂਦਾ, ਸਾਡੇ ਲਈ ਹਰ ਵਾਰ ਮੈਂ ਉਹਨੂੰ ਇਹ ਕੁਐਸਚਨ ਕਰਦਾ ਯਾਰ ਤੂੰ ਲਿਖ ਕਿਵੇਂ ਦਿੰਦਾ, ਇਹਦੇ ਪਿੱਛੇ ਕੀ ਰੀਜ਼ਨ ਰਿਹਾ, ਤੂੰ ਆਹ ਕਿਉਂ ਲਿਖਿਆ ਜੀ। ਜਿੱਦਾਂ ਉਹਦਾ ਸਾਈਨ ਟੂ ਗੋਡ ਜਿਹੜਾ ਗਾਣਾ, ਉਹਨੇ ਪਲਾਨ ਇੱਦਾਂ ਕੀਤਾ ਸੀ ਕਿ ਉਹ ਗਾਣਾ ਉਹਨੇ ਸਨੀ ਮਾਲਟਨ ਨਾਲ ਇਹਨਾਂ ਨਾਲ ਐਜ਼ ਐਨ ਐਲਬਮ ਛੱਡਣਾ ਸੀ, ਐਲਬਮ ਦਾ ਨਾਮ ਰੱਖਣਾ ਸੀ ਸਾਈਨ ਟੂ ਗੋਡ ਜੀ। ਤੇ ਉਹ ਮਾਲਟਨ ਗੁਰਦੁਆਰਾ ਸਾਹਿਬ 'ਚ ਉਹਦਾ ਟੀਜ਼ਰ ਬਣਾਉਣਾ ਸੀ ਕਿ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਰਿਹਾ ਜੀ, ਤੇ ਉੱਥੇ ਲਿਖਿਆ ਆਉਂਦਾ ਸਾਈਨ ਟੂ ਗੋਡ ਕਿ ਮੈਂ ਤਾਂ ਰੱਬ ਨਾਲ ਹੀ ਸਾਈਨ ਆ, ਮੈਂ ਕਿਸੇ ਬੰਦੇ ਨਾਲ ਸਾਈਨ ਨਹੀਂ ਜੀ। ਤੇ ਇਹ ਚੀਜ਼ ਉਹਨੇ ਤੋੜੀ ਵੀ। ਜੇ ਤੁਸੀਂ ਇਹ ਚੀਜ਼ ਨੂੰ ਧਿਆਨ ਨਾਲ ਵੇਖੋ ਤਾਂ ਤੁਹਾਨੂੰ ਇਹ ਚੀਜ਼ ਮਹਿਸੂਸ ਹੋਊਗੀ ਕਿ ਸਿੱਧੂ ਦੇ ਆਉਣ ਤੋਂ ਬਾਅਦ 'ਚੋਂ ਇੰਡੀਪੈਂਡੈਂਟ ਆਰਟਿਸਟ ਬਹੁਤ ਆਏ ਨੇ। ਜਿਵੇਂ ਉਹਨੇ ਆਪਣੇ ਉਮਰਾਂ ਨੰਗਲ ਵਾਲੇ ਸ਼ੋਅ 'ਚ ਕਿਹਾ ਸੀ ਕਿ ਅਗਲੇ 4-5 ਸਾਲਾਂ 'ਚ ਉਹ ਚੱਲਣਗੇ, ਮਿਹਨਤਕਸ਼ ਲੋਕ ਚੱਲਣਗੇ, ਜਿਨ੍ਹਾਂ ਦੀ ਕਲਮ 'ਚ ਦਮ ਹੋਊ, ਜਿਨ੍ਹਾਂ ਦੇ ਗਲੇ 'ਚ ਦਮ ਹੋਊ, ਉਹ ਚੱਲਣਗੇ, ਨਾ ਕਿ ਬ੍ਰਾਂਡ ਪਾਉਣ ਵਾਲੇ ਜਾਂ ਨਾ ਕਿ ਜਿਨ੍ਹਾਂ ਦੀ ਸੂਰਤ ਬਹੁਤ ਸੋਹਣੀ ਹੋਊਗੀ। ਹਾਲਾਂਕਿ ਸਾਡੇ ਲਈ ਸਾਡਾ ਭਰਾ ਸਭ ਤੋਂ ਸੋਹਣਾ ਸੀ, ਜੱਡਾ ਲੰਬਾ, ਜੱਡਾ ਕੱਦ ਸੀ, ਜਿੱਡੀ ਦੇਹ ਸੀ ਉਹਦੀ, ਜਿੱਡੀ ਦੂਰੋਂ ਅਟਰੈਕਟ ਕਰਦਾ ਸੀ। ਮੈਨੂੰ ਲੱਗਦਾ ਨਹੀਂ ਇੰਡਸਟਰੀ 'ਚ ਐਡਾ ਸੋਹਣਾ ਸੁਨੱਖਾ ਸਰਦਾਰ ਕੋਈ ਹੈਗਾ ਅੱਜ ਦੇ ਜ਼ਮਾਨੇ 'ਚ ਜੀ। ਤੇ ਉਹ ਚੀਜ਼ ਅੱਜ ਤੁਸੀਂ ਬਲੀਵ ਵੀ ਕਰੋਗੇ ਕਿ ਇੰਡੀਪੈਂਡੈਂਟ ਆਰਟਿਸਟ ਕਿੰਨੇ ਨੇ ਆਏ ਨੇ। ਅੱਗੇ ਹੁੰਦਾ ਸੀ ਆਰਟਿਸਟ ਨੂੰ ਬ੍ਰੇਕ ਮਿਲਦੀ ਸੀ ਤਾਂ ਕੰਪਨੀ ਸਾਈਨ ਕਰ ਲੈਂਦੀ ਸੀ, ਤੇ ਕੰਪਨੀਆਂ 2-2 ਸਾਲ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ ਇਹ। ਤੇ ਇਹ ਬੰਦੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਬੰਦੇ ਨੇ ਆਪਣੇ ਆਪ 'ਚ ਇੱਕ ਇੰਡਸਟਰੀ ਬਣਾਈ ਸੀ ਜੀ। ਤੇ ਸਾਈਨ ਟੂ ਗੋਡ 'ਚ ਜਿੱਦਾਂ ਇਹਨੂੰ ਨਾ ਸਰੀ ਇਹਦਾ ਸ਼ੋਅ ਸੀ ਤੇ ਇਹਨੂੰ ਬੈਨ ਕਰ ਦਿੱਤਾ ਗਿਆ ਸੀ। ਬੈਨ ਨਹੀਂ ਕੀਤਾ ਸੀ ਐਜ਼ ਸੱਚ, ਗੱਲ ਐਵੇਂ ਅੜਾਈ ਗਈ ਸੀ ਕਿ ਸਿੱਧੂ ਮੂਸੇਵਾਲਾ ਇਜ਼ ਬੈਨਡ ਫਰੋਮ ਸਰੀ। ਉਹ ਰੀਜ਼ਨ ਇਹ ਸੀ ਕਿ RCMP ਨੇ ਸਿਰਫ ਇਹ ਕਿਹਾ ਸੀ ਕਿ ਇਹਨੂੰ ਸਿਕਿਉਰਿਟੀ ਨਹੀਂ ਅਸੀਂ ਦੇ ਸਕਦੇ ਜੀ, ਕਿਉਂਕਿ ਇਹਦੇ ਅਕਸਰ ਇਹਦੇ ਸ਼ੋਆਂ 'ਚ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਹੁੰਦਾ ਸੀ, ਤੇ ਸ਼ੋਅਜ਼ 'ਚ ਹਰ ਤਰ੍ਹਾਂ ਦੇ ਲੋਕ ਆ ਸਕਦੇ ਨੇ ਜੀ, ਚੰਗੇ ਵੀ ਆ ਸਕਦੇ ਨੇ, ਮਾੜੇ ਵੀ ਆ ਸਕਦੇ ਨੇ, ਡਰੰਕ ਵੀ ਆ ਸਕਦੇ ਨੇ ਜੀ। ਤੇ ਬਾਹਰ ਇਹ ਚੀਜ਼ ਦਾ ਵੱਧ ਰੌਲਾ ਪੈ ਜਾਂਦਾ ਬਿਲਕੁਲ। ਤੇ ਉਹ ਚੀਜ਼ ਕਰਕੇ ਇਹ ਕਹਿਤਾ ਸੀ ਕਿ ਅਸੀਂ ਸਿਕਿਉਰਿਟੀ ਨਹੀਂ, ਤੇ ਪਰ ਰੇਡੀਓ ਚੈਨਲਸ 'ਤੇ ਇਹਨੂੰ ਇਸ ਤਰੀਕੇ ਨਾਲ ਚਲਾਇਆ ਗਿਆ ਸੀ ਕਿ ਸਿੱਧੂ ਮੂਸੇਵਾਲਾ ਆ ਬੈਨ ਕਰ ਦਿੱਤਾ ਗਿਆ। ਤਾਂ ਇਹਨੇ ਉਹ ਚੀਜ਼ ਤੋਂ ਲਾਈਨ ਲਿਖੀ ਸੀ ਸਾਈਨ ਟੂ ਗੋਡ 'ਚ, ਈਸਟ 'ਚੋਂ ਰਾਈਜ਼ ਆ, ਵੈਸਟ 'ਚ ਬੈਨ ਆ, ਮਤਲਬ ਮੈਂ ਇੰਡੀਆ 'ਚੋਂ ਰਾਈਜ਼ ਹੋਇਆ, ਵੈਸਟ 'ਚ ਜਾ ਕੇ ਮੈਂ ਸਰੀ 'ਚ ਬੈਨ ਆ। ਤੇ ਫਿਰ ਇਹਨੇ ਆਪਣੇ ਫੋਰਗੈਟ ਅਬਾਊਟ ਇਟ 'ਚ ਗਿਆ ਸੀ ਬੈਨਰਾਂ ਦੇ ਨਾਲ, ਤਾਂ ਵੀ ਗਾਣੇ ਚੱਲਦੇ, ਕਿਉਂਕਿ ਉਹ ਸ਼ੋਅ 'ਚ ਚਾਹੇ ਸਿੱਧੂ ਬੈਂਡ ਸੀਗਾ ਐਸ ਸੱਚ ਜਿਵੇਂ ਕਿਹਾ ਜਾਂਦਾ, ਪਰ ਉਹ ਸ਼ੋਅ ਦੀ ਜਦੋਂ ਤੁਸੀਂ ਫੁਟੇਜ ਕੱਢ ਕੇ ਦੇਖੋਗੇ ਤਾਂ ਲੋਕਾਂ ਨੇ ਬੈਨਰ ਸਿੱਧੂ ਮੂਸੇਵਾਲੇ ਦੇ ਚੱਕੇ ਹੋਏ ਸੀ, ਤੇ ਗਾਣੇ ਇਹਦੇ ਸੱਚੀ ਉਸ ਸ਼ੋਅ 'ਚ ਵੱਜੇ ਸੀ, ਜਿਹੜੀ ਕਿ ਇੱਕ ਆਈ ਥਿੰਕ ਬੇਫਿਟਿੰਗ ਰਿਪਲਾਈ ਸੀਗਾ ਲੋਕਾਂ ਲਈ ਜਿਹੜੇ ਕਹਿੰਦੇ ਕਿ ਬੈਨ ਕਰਤਾ, ਅਸੀਂ ਆਉਣ ਨਹੀਂ ਦਿੱਤਾ, ਜਿਹਨੇ ਆਉਣਾ ਸੀ ਉਹ ਆ ਹੀ ਗਿਆ ਸੀ ਉੱਥੇ ਜੀ। ਤੇ ਐਵੇਂ ਹੀ ਉਹਦੇ ਇੱਕ ਜਿਵੇਂ ਉਹਦੇ ਗਾਣੇ 'ਤੇ ਬੜੀ ਨਖੇਦੀ ਜਿਹੀ ਕੀਤੀ ਜਾਂਦੀ ਉਹਦੇ ਵਰਡਸ ਨੂੰ, ਕਿ ਵਿੱਚ ਐਮ ਬੈਕ 'ਤੇ ਕਹਿ ਦਿੱਤਾ ਜਾਂਦਾ ਕਿ ਪ੍ਰਾਹੁਣਾ ਫੇਰ ਆ ਗਿਆ। ਹਾਂ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਇਹ ਜਿਹਾ ਗਾਣਾ ਲਿਖਣ ਦੀ ਜਾਂ ਲਿਖ ਲਿਆ ਸੀ ਫਿਰ ਗਾਉਣ ਦੀ ਕੀ ਲੋੜ ਸੀ, ਇਹ ਕਿਹਨੂੰ ਸਿੱਧੂ ਨੇ ਕਿਹਾ ਸੀਗਾ ਜਾਂ ਇਹ ਕੀ ਗੱਲ ਸੀ, ਉਹ ਜਿਹੜੀ ਇੱਕ ਉਹ ਚੇਨ ਚੱਲਦੀ ਆ ਉਹ ਕਿਉਂ ਆ? ਉਹਦਾ ਰੀਜ਼ਨ ਇਹ ਹੈ ਨਾ, ਜਦੋਂ ਤੁਹਾਨੂੰ ਇੱਕ ਤੁਸੀਂ ਆਹ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਉਹਦੀ ਸਟਰਗਲ ਹੈ ਜੀ, ਇੰਨੀ ਸਟਰਗਲ ਕਰਕੇ ਆਏ ਹੋਵਾਂ, ਜਿਵੇਂ ਉਹ ਖੁਦ ਕਹਿੰਦਾ ਕਿ 100 ਵਾਰੀ ਸ਼ੁਭਦੀਪ ਹਾਰਿਆ ਤਾਂ ਸਿੱਧੂ ਮੂਸੇਵਾਲਾ ਬਣਿਆ। ਜਦੋਂ ਤੁਸੀਂ ਇਹ ਦੇਖਿਆ ਹੁੰਦਾ ਤਾਂ ਕੋਈ ਕੱਲ ਦਾ ਆ ਕੇ ਉੱਠ ਕੇ ਸਿੰਗਰ ਤੁਹਾਨੂੰ ਇਹ ਕਹਿੰਦਾ ਜਾਂ ਉਹਦੇ ਨਾਲ ਦਾ ਕਹਿ ਦਿੰਦਾ ਕਿ ਦੇਖਿਆ ਤੇਰਾ ਵੀ ਪ੍ਰਾਹੁਣਾ ਆ ਗਿਆ, ਤਾਂ ਫਿਰ ਜਦੋਂ ਇਹ ਉਦੋਂ ਕੇਸਾਂ 'ਚ ਉਲਝਾਇਆ ਹੋਇਆ ਸੀ ਹੋਰ ਕਾਰਨਾਂ ਕਰਕੇ ਇਹਦੇ ਗਾਣੇ ਉਦੋਂ ਕਿ ਨਹੀਂ ਆਏ ਸੀ, ਤਾਂ ਆਈ ਥਿੰਕ ਕਿਉਂਕਿ ਇਹ ਸੱਚ ਲਿਖਦਾ ਸੀ, ਜੋ ਹੱਡ ਬੀਤਿਆਂ ਸੀ ਉਹ ਲਿਖਦਾ ਸੀ, ਤਾਂ ਇਹਨੇ ਉਹ ਚੀਜ਼ ਉਸ ਟਾਈਮ ਦੇ ਹਿਸਾਬ ਨਾਲ ਲਿਖੀ ਸੀ ਕਿ ਲਓ ਵੀ ਅਸਲੀ ਦਾ ਫੇਰ ਆ ਗਿਆ ਪ੍ਰਾਹੁਣਾ। ਤਾਂ ਉਹਨੂੰ ਤੁਸੀਂ ਹੁਣ ਚਾਹੇ ਆਪਣੇ ਤੇ ਲਾ ਕੇ ਲੈ ਜਾਓ ਜਾਂ ਜਿਹਨੂੰ ਕਹੀਏ ਉਹ ਲਾ ਕੇ ਬਹਿ ਜੇ, ਇਹ ਤਾਂ ਤੁਸੀਂ ਆਪਣਾ ਨਜ਼ਰੀਆ ਦੇਖ ਸਕਦੇ ਹੋ ਜੀ। ਤੇ ਜੀ ਮੈਂ ਇੱਕ ਗੱਲ ਹੋਰ ਕਰਨਾ ਚਾਹੂੰਗਾ, ਜਦੋਂ ਕਾਲਜ 'ਚ ਤੁਸੀਂ ਪੜ੍ਹਦੇ ਸੀਗੇ, ਜਿਹੜਾ ਸੱਚ ਬੋਲਣ ਵਾਲਾ ਸੀ ਅਕਸਰ ਉਹ ਕਹਿੰਦਾ ਸੀ, ਇੰਟਰਵਿਊ 'ਚ ਵੀ ਕਹਿੰਦਾ ਸੀ, ਆਫ ਰਿਕਾਰਡ ਵੀ ਇਹ ਗੱਲ ਕਰਦਾ ਸੀ ਵੀ ਇਹ ਚੀਜ਼ ਮੈਂ ਪਾਸੇ ਨਹੀਂ ਕਰ ਸਕਦਾ, ਜਿਵੇਂ ਥਾਪੀ ਨੂੰ ਲੈ ਕੇ ਹੁੰਦੀ ਆ, ਉਹ ਕਹਿੰਦਾ ਵੀ ਮੈਂ ਥਾਪੀ ਮਾਰਨੀ ਹੀ ਮਾਰਨੀ ਆ, ਤੇ ਮੈਂ ਅੰਦਰ ਆ, ਮੈਂ ਖੁਦ ਪੈਦਾ ਹੋਇਆਗਾ। ਹਾਂਜੀ, ਤੁਸੀਂ ਨਹੀਂ ਕਦੇ ਸੋਚਿਆ ਸੀ ਵੀ ਸਿੱਧੂ ਬਹੁਤ ਜਿਵੇਂ ਅੱਜ ਕੱਲ੍ਹ ਜ਼ਮਾਨੇ ਦੇ ਵਿੱਚ ਚੱਲਦਾ ਹੈਗਾ, ਉਹ ਮੈਨੂੰ ਵੀ ਉਹਨੇ ਇੱਕ ਵਾਰ ਇੰਟਰਵਿਊ 'ਚ ਕਿਹਾ ਸੀ ਵੀ ਮੈਂ ਸੁਣਦਾ ਸਾਰਿਆਂ ਦੀਆਂ ਪਰ ਕਰਦਾ ਮੈਂ ਆਪਦੀ ਮਰਜ਼ੀ ਆ, ਮੈਂ ਹਰ ਇੱਕ ਬੰਦੇ ਦੀ ਗੱਲ ਸੁਣਦਾਗਾ, ਹਰ ਇੱਕ ਰਿਵਿਊ ਪੜ੍ਹਦਾ, ਹਰ ਇੱਕ ਮੈਂ ਕਮੈਂਟ ਪੜ੍ਹਦਾਗਾ। ਤੁਸੀਂ ਨਹੀਂ ਇਹ ਕਦੇ ਕਿਹਾ ਸੀ ਵੀ ਇੰਨਾ ਜ਼ਿਆਦਾ ਸਿੱਧੂ ਸੱਚ ਨਾ ਬੋਲ ਜਾਂ ਇੰਨਾ ਜ਼ਿਆਦਾ ਤੂੰ ਉਹ ਨਾ ਕਰ? ਨਹੀਂ, ਉਹੀ ਜਿਵੇਂ ਉਹਦੀ ਸੀਗੀ ਨਾ, ਬਹੁਤ ਜਗ੍ਹਾ ਉਹਨੂੰ ਮੈਂ ਜਿੱਦਾਂ ਫਿਰ ਵੀ ਕਹਿ ਦੇਣਾ ਕਿ ਸਿੱਧੂ ਐ ਨਹੀਂ ਹੈ, ਪਰ ਜਿਹੜੀ ਚੀਜ਼ ਤੇ ਉਹ ਇੱਕ ਵਾਰ ਮੰਨ ਲੈਂਦਾ ਸੀ, ਜੇ ਤਾਂ ਉਹਨੂੰ ਲੱਗਦਾ ਸੀ ਕਿ ਇਹ ਗੱਲ ਮੰਨਣ ਵਾਲੀ ਹੈ ਕਿ ਹਾਂ ਵੀ, ਫਿਰ ਉਹ ਚਾਹੇ ਕੋਈ ਛੋਟਾ ਜਵਾਕ ਉਹਨੂੰ ਕਹਿ ਦੇ ਉਹ ਚੀਜ਼ ਨੂੰ ਸੁਣਦਾ ਸੀ ਕਿ ਹਾਂ ਵੀ ਸਿੱਧੂ ਬਾਈ ਤੂੰ ਐਂ ਕਰਦੇ ਜਾਂ ਸਾਨੂੰ ਐਂ ਆ, ਉਹ ਮੰਨਦਾ ਸੀ। ਪਰ ਜਿੱਥੇ ਉਹਦਾ ਦਿਲ ਨੇ ਇੱਕ ਵਾਰ ਉਹਨੂੰ ਗੱਲ ਕਹਿਤੀ ਕਿ ਨਹੀਂ ਇਹ ਕਰਨੀ ਹੈ, ਤਾਂ ਉੱਥੇ ਉਹ ਮੈਨੂੰ ਨਹੀਂ ਲੱਗਦਾ ਵਰਡਸ ਤੋਂ ਪਿੱਛੇ ਹਟਿਆ, ਚਾਹੇ ਉਹਦੇ 'ਤੇ ਕੋਈ ਵੀ ਪ੍ਰੈਸ਼ਰ ਹੋਵੇ। ਬਹੁਤ ਇੰਸੀਡੈਂਟ ਈਵਨ ਇੱਦਾਂ ਦੇ ਵੀ ਹੋਣਗੇ ਜਿਹੜੇ ਉਹਦਾ ਕੌਨਫੀਡੈਂਸ ਦਿਖਾਉਂਦੇ ਨੇ, ਕਿ ਜਿੱਦਾਂ ਮੇਰੇ ਨਾਲ ਦਾ ਇੱਕ ਮੁੰਡਾ ਸੀ ਜੀ, ਉਹ ਇੱਕ ਵਾਰ ਸੋਚਦਾ ਹੈ ਕਿ ਬਾਈ ਚੱਲ
ਮੈਂ ਨਾ ਫਾਰਮੂਲੇ ਜਿਹੇ ਲਿਖ ਕੇ ਲੈ ਜਾਂਦਾ ਤੇ ਜਾ ਕੇ ਆਪਾਂ ਪਰਚੀ ਚਲਾ ਲੈਂਦੇ ਆ, ਨਕਲ ਮਾਰਾਂਗੇ। ਨਕਲ ਮਾਰਾਂਗੇ। ਤੇ ਸਿੱਧੂ ਹਾਲਾਂਕਿ ਪੜ੍ਹਨੇ ਨੂੰ ਆਈ ਥਿੰਕ ਉਹਦੇ ਵੀ 70% ਦੇ ਅਰਾਊਂਡ ਹੋਊਗੀ ਡਿਗਰੀ ਸਾਰੀ ਜੀ। ਤੇ ਉਹਨੂੰ ਇੱਕ ਗੱਲ ਕਹੀ ਸੀ, ਕਹਿੰਦਾ ਯਾਰ 2 ਨੰਬਰ ਵੱਧ ਲੈ ਜਾਏਗਾ ਵੱਧ ਤੋਂ ਵੱਧ, ਜਾਂ 4 ਲੈ ਜਾਏਗਾ ਇਹਦੇ ਨਾਲ, ਪਰ ਜੇ ਤੂੰ ਫੜਿਆ ਗਿਆ ਤਾਂ ਸਾਰੀ ਉਮਰ ਬਲੇਮ ਖੱਟ ਲਏਗਾ ਕਿ ਹਾਂ ਵੀ ਪਰਚੀ ਫੜੀ ਗਈ ਸੀ ਇਹਦੀ। ਤੇ ਉਹ ਚੀਜ਼ ਨੇ ਉਹ ਮੁੰਡੇ ਨੂੰ ਇੰਨਾ ਕੁ ਟੁੰਬਿਆ ਉਹਦੀ ਗੱਲ ਨੇ ਕਿ ਯਾਰ ਹਾਂ ਵੀ ਕਿ ਇਹ ਚੀਜ਼ ਉਹਦੀ ਸੱਚ ਹੈ ਕਿ ਹਾਂ ਵੀ ਬਾਈ ਮੈਂ ਕਿਉਂ 2-4 ਨੰਬਰਾਂ ਲਈ ਇਹੋ ਜਿਹਾ ਕੰਮ ਕਰਨਾ। ਤੇ ਉਹ ਚੀਜ਼ ਇਹ ਵੀ ਦਰਸਾਉਂਦੀ ਆ ਕਿ ਇਹ ਬੰਦੇ ਨੇ ਸ਼ਾਇਦ ਕਦੇ ਆਪਣੀ ਜ਼ਿੰਦਗੀ 'ਚ ਵੀ ਇਹੋ ਜਿਹਾ ਸ਼ਾਰਟਕਟ ਨਹੀਂ ਮਾਰਿਆ ਹੋਊ ਕਿ 2-4 ਵੱਧ ਫੈਨ ਜੁੜ ਜਾਣਗੇ, ਮੈਂ ਕਰ ਦਿੰਦਾ। ਮੈਂ ਕਿਸੇ ਸਿੰਗਰ ਨੂੰ ਨਹੀਂ ਗਲਤ ਕਹਿੰਦਾ, ਜਦ ਕਿ ਇੰਡਸਟਰੀ ਦਾ ਇਹ ਮੈਨੂੰ ਲੱਗਦਾ ਕਿਉਂਕਿ ਇਟਸ ਅ ਕੰਪੀਟੀਸ਼ਨ, ਕਈ ਸਿੰਗਰਾਂ ਦੀ ਕਈਆਂ ਨਾਲ ਨਹੀਂ ਬਣਦੀ ਹੋਊਗੀ, ਪਰ ਉਹ ਇਸ ਕਰਕੇ ਨਹੀਂ ਕਿਸੇ ਨੂੰ ਮਾੜਾ ਕਹਿੰਦੇ ਓਪਨਲੀ ਕਿ ਉਹਦੇ ਫੈਨ ਮੇਰੇ ਤੋਂ ਨਾ ਰੁੱਸ ਜਾਣ, ਮੇਰੇ ਫੈਨ ਉਹਦੇ ਨਾਲ ਨਾ ਹੋ ਜਾਣ। ਪਰ ਸਿੱਧੂ ਨੇ ਜਿਹਦੇ ਨਾਲ ਹੋਈ ਹੈ ਉਹ ਸੱਚ ਦੱਸਿਆ ਕਿ ਜੇ ਫਲਾਨਾ ਗਲਤ ਹੈ ਬਾਈ ਗਲਤ ਹੈ, ਮੈਂ ਕਿਉਂ, ਮੇਰੀ ਇਹ ਹੈਗੀ ਆ ਚੀਜ਼। ਤੇ ਜਿਵੇਂ ਉਹਨੇ ਲਿਖਣਾ, ਆਈ ਥਿੰਕ ਉਹਨੇ ਕਈ ਵਾਰ ਸਵੇਰੇ 4 ਵਜੇ ਵੀ ਉੱਠ ਕੇ ਗਾਣਾ ਲਿਖ ਦੇਣਾ। ਕਈ ਵਾਰ ਤਾਂ ਐਵੇਂ ਵੀ ਹੋਇਆ ਕਿ ਕਈ ਕਹਿੰਦੇ ਆ ਐਡ ਲਿਬਸ ਦੀ ਗੱਲ ਹੁੰਦੀ ਸੀ ਇੱਕ ਵਾਰ, ਤੇ ਕਿਸੇ ਨੇ ਕਿਹਾ ਸੀ ਕਿ ਐਡ ਲਿਬਸ ਮੈਂ ਲਿਖਦਾ, ਪਰ ਮੈਨੂੰ ਲੱਗਦਾ ਸਭ ਤੋਂ ਜੇ ਪੰਜਾਬੀ ਇੰਡਸਟਰੀ 'ਚ ਕੋਈ ਬੰਦਾ ਮੌਕੇ 'ਤੇ ਲਿਖ ਦਿੰਦਾ ਸੀ ਚੀਜ਼ ਤਾਂ ਸਿੱਧੂ ਉਹਦੀ ਲਿਖਣੀ ਦੱਸਦੀ ਹੈ। ਜੇ ਤੁਸੀਂ ਆਪਣੇ ਬਾਰੇ ਵੀ ਮੌਕੇ 'ਤੇ ਲਿਖ ਸਕਦੇ ਹੋ, ਤੁਸੀਂ ਉਹਦਾ ਹਰ ਮੌਕੇ 'ਤੇ ਗਾਣਾ ਸੁਣ ਸਕਦੇ ਹੋ, ਉਹਦੇ ਨਾਲ ਆਹ ਹੋਇਆ ਉਹਨੇ ਉਹ ਹਰ ਮੌਕੇ 'ਤੇ 295 ਦੇਖ ਲਓ, ਸਕੇਪ ਗੋਟ ਦੇਖ ਲਓ, ਬਹੁਤ ਗਾਣੇ ਆ ਜਿਹੜੇ ਤੁਹਾਨੂੰ ਲੱਗਦੇ ਆ ਕਿ ਉਹਦੇ ਮੌਕੇ 'ਤੇ ਨੇ। ਅਤੇ ਉਹ ਗਾਣੇ ਦਰਸਾਉਂਦੇ ਆ ਕਿ ਕਈ ਵਾਰ ਤਾਂ ਉਹ ਇੱਕ ਲਾਈਨ ਲੈ ਕੇ ਚੱਲ ਜਾਂਦਾ ਸੀ ਹੈਡਿੰਗ ਨੂੰ ਸਟੂਡੀਓ 'ਚ, ਅਤੇ ਉੱਥੇ ਗਾਉਂਦਾ ਵੀ ਲਿਖ ਦਿੰਦਾ ਹੁੰਦਾ ਸੀ ਕਿ ਆਹ ਬਸ ਮੈਨੂੰ ਪਤਾ ਮੈਂ ਗਾਣਾ ਕਿਵੇਂ ਕਰਨਾ। ਉਹਨੂੰ ਇਹ ਵੀ ਪਤਾ ਹੁੰਦਾ ਸੀ ਕਿ ਗਾਣਾ ਹਜੇ ਇਨਕੰਪਲੀਟ ਹੈ। ਕਈ ਗਾਣੇ ਉਹਨੇ ਮੈਨੂੰ ਪਹਿਲਾਂ ਸੁਣਾਏ ਨੇ ਅਤੇ ਕਿਹਾ ਯਾਰ ਤੇਜੀ ਹਜੇ 'ਚ ਥੋੜ੍ਹਾ ਜਿਹਾ ਕੁਛ ਕਰਨ ਵਾਲਾ, ਅਤੇ ਉਹ ਚੀਜ਼ ਜਦੋਂ ਉਹ ਪਾਈ ਆ ਉਹਨੇ, ਤਾਂ ਉਸ ਤੋਂ ਬਾਅਦ 'ਚੋਂ ਤੁਸੀਂ ਦੇਖਦੇ ਹੋ ਕਿ ਉਹ ਗਾਣਾ ਸੱਚੀਓ ਉਹਦੇ ਨਾਲ ਹੀ ਕੰਪਲੀਟ ਹੁੰਦਾ ਸੀ। ਮਤਲਬ ਉਹਦੇ ਕੰਨ ਇੰਨੇ ਤੇਜ਼ ਸੀ, ਤਾਂ ਹੀ ਮੇਰੇ ਹਿਸਾਬ ਨਾਲ ਵੱਡੇ ਤੋਂ ਵੱਡੇ ਸਿੰਗਰ ਦਾ ਜਿਹੜਾ ਸਭ ਤੋਂ ਵੱਧ ਚੱਲਿਆ ਹੋਇਆ ਗਾਣਾ ਹੋਊਗਾ ਅਤੇ ਸਿੱਧੂ ਦਾ ਸਭ ਤੋਂ ਘੱਟ ਚੱਲਿਆ ਗਾਣਾ ਹੋਊਗਾ, ਉਹ ਵੀ ਉਸ ਤੋਂ ਵੱਧ ਵਿਊਜ਼ 'ਤੇ ਵੱਧ ਚੱਲਿਆ ਹੋਇਆ ਹੋਊਗਾ। ਮੇਰਾ ਕਹਿਣ ਦਾ ਮਤਲਬ ਜੇ ਤੁਸੀਂ ਕਹੋਗੇ ਨਾ ਸਿੱਧੂ ਦਾ ਪਹਿਲੀ ਗੱਲ ਤਾਂ ਕੋਈ ਗਾਣਾ ਫਲੋਪ ਹੋਇਆ ਨਹੀਂ ਅੱਜ ਤੱਕ, ਅਤੇ ਜੇ ਉਹਦਾ ਕੋਈ ਕਹੋਗੇ ਇਹਦਾ ਸਭ ਤੋਂ ਘੱਟ ਚੱਲਿਆ ਹੋਇਆ ਗਾਣਾ, ਉਹ ਵੱਡੇ ਸਿੰਗਰਾਂ ਦੇ ਸਭ ਤੋਂ ਵੱਧ ਚੱਲੇ ਹੋਏ ਗਾਣੇ ਤੋਂ ਵੀ ਅੱਗੇ ਹੋਊਗਾ ਕਿਤੇ। ਉਹਦਾ ਇਹੀ ਰੀਜ਼ਨ ਸੀ ਕਿ ਮੇਰੇ ਹਿਸਾਬ ਨਾਲ ਉਹਨੂੰ ਸਮਝ ਬਹੁਤ ਸੀ ਮਿਊਜ਼ਿਕ ਦੀ, ਜਿਹੜੀ ਲੋਕਾਂ ਦੇ ਅੱਗੇ ਆਈ ਨਹੀਂ। ਜਿੰਨੇ ਵਧੀਆ ਤਰੀਕੇ ਨਾਲ ਉਹ ਗਾਉਂਦਾ ਸੀ, ਸ਼ਾਇਦ ਅੱਜ ਲੋਕ ਮਹਿਸੂਸ ਕਰਦੇ ਹੋਣਗੇ ਜਦੋਂ ਗੱਡੀ 'ਚ ਉਹਦਾ ਗਾਣਾ ਵੱਜਦਾ ਯਾਰ ਇਹਦੇ 'ਚ ਕੋਈ ਡਿਫਰੈਂਟ ਗੱਲ ਸੀ, ਮਹਿਸੂਸ ਕਰਦੇ ਹੋਣਗੇ ਕਿ ਸਾਰੇ ਇੱਕੋ ਜਿਹਾ ਗਾਈ ਜਾਂਦੇ ਨੇ। ਇਹ ਬੰਦਾ ਯਾਰ ਜਦੋਂ ਗਾਉਂਦਾ ਇਹ ਕੁਛ ਹੋਰ ਹੀ ਗਾਉਂਦਾ। ਬਹੁਤ ਲੋਕਾਂ ਦੀ ਮੈਨੂੰ ਲੱਗਦਾ ਮੋਟੀਵੇਸ਼ਨ ਸਿੱਧੂ ਮੂਸੇਵਾਲਾ ਹੋਊਗੀ ਕਿ ਕਈ ਲੋਕਾਂ ਨੂੰ ਕਹਿੰਦੇ ਹੋਣਗੇ ਯਾਰ ਅਸੀਂ ਮਰੇ ਹੋਏ ਸੀ, ਸਾਨੂੰ ਜਾਨ ਪਾ ਦਿੱਤੀ। ਇਹ ਈਵਨ ਆਈ ਥਿੰਕ ਤੁਸੀਂ ਵੀ ਜੇ ਉਹਨੂੰ ਮਿਲੇ ਹੋ ਤਾਂ ਮਹਿਸੂਸ ਹੁੰਦਾ ਸੀ ਕਿ ਉਹ ਬੰਦੇ ਨੂੰ ਇੱਕ ਵਾਰ ਤਾਂ ਇੰਨਾ ਪੋਜ਼ੀਟਿਵਿਟੀ ਨਾਲ ਭਰ ਦਿੰਦਾ ਸੀ ਕਿ ਮੇਰੇ ਹਿਸਾਬ ਨਾਲ ਕਿ ਤੂੰ ਦੁਨੀਆ ਜਿੱਤ ਲਏਗਾ ਯਾਰ। ਇਹ ਉਹਨੇ ਆਪ ਵੀ ਚੀਜ਼ ਸੋਚੀ ਹੈ ਅਤੇ ਹਰ ਜਗ੍ਹਾ ਕਰਕੇ ਵਿਖਾਈ ਹੈ। ਉਹਨੇ ਸ਼ੁਰੂ ਤੋਂ ਏਮ ਵੱਡੇ ਰੱਖੇ ਕਿ ਮੈਂ ਕਰੂੰਗਾ ਤਾਂ ਸਿਰਾ ਲਾਊਂਗਾ, ਅਤੇ ਉਵੇਂ ਹੁੰਦਾ ਰਿਹਾ ਉਹਦੇ ਨਾਲ। ਜੀ। ਅਤੇ ਜੀ ਜਿਹੜੀ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ, ਅੱਜ ਵੀ ਉਹ ਚੱਲ ਰਹੀ ਆ, ਜਦੋਂ ਉਹ ਜਿਉਂ सो हाँ जी गाइस जो ये जंगनामा जो एक इंटरव्यू की एक सीरीज़ है, तो इसका सेकंड पार्ट हमने देख लिया। सो गाइस मेरे व्यूज़ जाने से पहले मैं जानना चाहता हूँ मेरी मम्मी के क्या व्यूज़ हैं इस वीडियो को देखकर। थोड़ा सा तो उन्होंने मतलब कॉलेज लाइफ में उन्होंने बताया कि स्ट्रगल कैसे किया जब वो हॉस्टल में थे, तो मतलब कि उन्होंने कैसे, सबसे पहले तो उन्होंने बताया था कि उन्होंने मतलब कि जो अपने गीत थे गाने थे वो बेचने शुरू किए थे। कल लाइसेंस के गाने पर ख़त्म हुआ था कि कैसे जो लोग हैं उन्होंने ये कहा था कि इन्होंने जो प्रमोट करता है सिद्धू मूसेवाला हथियारों को, तो बाद में इनके दोस्त ने बताया कि नहीं उन्होंने हथियारों को प्रमोट नहीं किया था, वो शहीद उधम सिंह के गाने पर था, उनके मतलब को उनको डेडिकेट किया था। जो म्यूज़िक जो इंडस्ट्री थी उन्होंने इसको काट दी थी 3-4 लाइनें जो शहीद उधम सिंह पर लिखी थी, तो उनको बदनाम करने की भी काफ़ी कोशिश की गई थी। तो उन्होंने जैसे बताया कि कॉलेज लाइफ में कुछ सिंगर्स होते थे, उनकी जो कॉलेज में उनके कोई शो होते तो सिंगर्स को बुलाते थे, तो कहते हैं ये इनके दोस्त कह रहे हैं कि कई बार मेरे साथ बैठे होते तो कहते थे ये सिंगर्स हैं वो लड़कियों पे मतलब के परांदे पे कभी झांझरों पे गाने गाते हैं, कुछ अलग सा नहीं करते। मैं कई सालों से ऐसे ही गाने गा रहे हैं, लोग उब गए हैं। तो कहते हैं क्या तुम, उनके दोस्त ने कहा क्या तुम अलग करोगे, तो उन्होंने कहा कि मैं तो जो करूँगा सिरे से करूँगा, और उन्होंने किया भी। उन्होंने जो आपने देखा होगा कि उनके गानों पे लड़कियों पर कम ही है गाने लिखे, अलग ही है, तो कि यही कारण है कि उन्होंने जो अलग लिखा है और जो इंसिडेंट उनके साथ होते थे वो करंटली उसी पे लिख बोल देते थे। जैसे उन्होंने कहा कि जो 295 है
उन पे उन्होंने मतलब कि एक केस हो गया था, उन्होंने गाना बनाया था, तो उन्होंने गुरुद्वारे वालों ने उन पे केस किया था कि कुछ मतलब कि किसी के बारे में उन्होंने गलत लेडी के बारे में गलत लिख दिया था, जो गुरु ग्रंथ साहिब में, मुझे नाम याद नहीं है, उनके बारे में लिख दिया था, तो उन पर केस किया था कि तुम माफ़ी मांगो आके। उन्होंने लेकिन लिखा उन्होंने किसी और व्यू से था, उनका मतलब वो नहीं था। तो उन्होंने जो गलत समझा और उनसे माफ़ी मंगवाई, तो उन्होंने फिर बाद में गाना लिख दिया था 295। तो मतलब कि गानों में कभी गलत नहीं लिखते थे, मतलब कि डीपली लिखते थे, लेकिन लोग हैं ना उनको समझ नहीं पाते। 1-2 बार उनके गाने को सुनकर ना उनके गाने को वैसे भी समझा नहीं जा सकता कि ये क्या कहना चाह रहे हैं। वो लिखते किसी और से ढंग से थे, उनका मतलब वो नहीं होता था। जैसे आपको बता दी इसके उदाहरण लाइसेंस में गाने के उन पे हथियारों को प्रमोट किया है। इस तरह जो उन्होंने जो 295 है ना, जो धारा बनी हुई है कि किसी के रिलीजियस मूवमेंट को वो नहीं करना, जो करते हैं, तो उन्होंने नहीं किया था। बाद में जब उनके मरने के बाद भी उन्होंने महसूस किया, जिन्होंने उन पर केस किया था कि इन्होंने जो है एक सिख जो महिला है उन पर उनका नाम दिया है, तो बाद में उन्होंने भी वे भी महसूस कर रहे हैं कि ठीक ही बोला था। और दूसरा उन्होंने कहा कि इनको कनाडा जाने का जब उनका मतलब कि हो गया, गाने बिकने लग गए, थोड़े पैसे आने लग गए, तो वहाँ तक उनके मम्मी-पापा को भी शायद उनके टैलेंट के बारे में पता नहीं होगा। तो उनके पिताजी ने कहा कि इनको कनाडा भेज देते हैं सिद्धू जी को। तो उनके दो वो जाना नहीं चाहते थे। उन्होंने अपने दोस्त के थ्रू पिताजी को फ़ोन करवाया कि नहीं, ये जाना नहीं चाहते हैं, क्योंकि यहाँ पे इनके लिंक बनने शुरू हो गए हैं, इन्होंने गाने बेचने शुरू कर दिए हैं, तो लिंक से जुड़ गए हैं। तो अब वहाँ पे जाकर तो म्यूज़िक इंडस्ट्री इतनी डेवलप नहीं है, तो वो जाना नहीं चाहते। उनके पिताजी कहते हैं नहीं, ये पैरों पे खड़ा हो जाए, एक बात मतलब कि मेरी मान ले। क्योंकि उस टाइम उनके पिताजी को भी पता नहीं होगा शायद कि इसमें टैलेंट है। वो सोच रहे थे चलो इसमें इन्होंने इलेक्ट्रिकल इंजीनियरिंग की है, थोड़ा सा पैरों पे खड़ा हो जाए। तो उन्होंने बात मान ली भी, चलो चले जाते हैं। तो इन्होंने एक बार तो ये भी बताई है कि मतलब कि इन्होंने कहा ना एक लाइन है, सीधे मतलब कि इंडे ईस्ट टू ईस्ट चुराइजा हाँ, वेस्ट ईस्ट तो राइज़ वेस्ट बैन है। तो ये उठे तो यही थे, पंजाब से उठे थे, ईस्ट से। तो वहाँ पर वेस्ट में एक शो होने वाला था, तो उन्होंने इनको आने नहीं दिया था सिद्धू मूसेवाले को। कनाडा से सरी सही हाँ, सरी कोई जगह थी, वहाँ पे शो होना था, तो उन्होंने क्या किया था, इनको मना कर दिया था, क्योंकि ना इनके जहाँ पे ये शो करते थे वहाँ पे इकट्ठ इतना हो जाता था, स्टूडेंट्स आते थे। तो उनको वो कह रहे थे इनको सिक्योरिटी नहीं दे सकती, इतना कट हो जाता है, स्टूडेंट्स अच्छे बुरे लोग आते हैं, भी हम नहीं दे सकते। तो उन्होंने किसी और सिंगर को बुला लिया था, लेकिन जो लोग आए थे ना, वो उन्होंने बैनर सिद्धू मूसेवाले के उठाए हुए थे। वो गुस्से में थे कि आपने सिद्धू मूसेवाला को क्यों नहीं बुलाया। तो उन्होंने यही लाइन बाद में गाने में लिखी थी कि राइस मतलब ईस्ट से राइस हुआ और वेस्ट में बैन। तो रेडियो चैनल पे गलत दिखा दिया कि इनको बैन कर दिया गया। बैन नहीं किया गया, तो वो सिक्योरिटी की वजह से पॉइंट ऑफ व्यू से इनको मतलब कि वहाँ पे बुलाया नहीं गया था, लेकिन स्टूडेंट्स भड़क उठे थे, वो इनको ही बुलाना चाहते थे। फॉरगेट अबाउट भी एक गाना आया था जिसमें कह रहे थे कि मेरे गाने बजे थे। हाँ, बैनरा दे नाल मेरे गाने बजे थे। तो वैसे मतलब कि उनका सफ़र चल रहा था, मतलब कि उन्होंने पहले तो ये गाने बेचते थे, फिर उनमें उत्सुकता थी कि मैं गाऊँ। तो कह रहे थे वो शुभदीप सिंह था जो कॉलेज में था, वो तो शुभदीप सिंह था, लेकिन जब कनाडा से आए हैं तो वो सिद्धू मूसेवाला बनकर आए हैं। वो कहते थे नहीं, मैंने अपने गाँव ही जाना है, नहीं तो बाकी सिंगर्स बाहर करते हैं। ये कहते नहीं, मैंने अपने मिट्टी से जुड़ा हूँ, मिट्टी से जुड़े हुए थे। तो ये आए, मतलब कि इन्होंने पंजाब में आकर इनको मतलब काफ़ी पहचान जब तक हो गई थी, काफ़ी पंजाबी इंडस्ट्री को पता चल गया था, इनकी पहचान बन गई थी। लेकिन ये इंडिपेंडेंट थे, इन्होंने खुद गाने लिखे हैं। कुछ तो सिंगर्स होते हैं ना, दूसरे के गाने लिखे होते हैं वो गाते हैं, इन्होंने खुद ही गाने लिखे हैं। और गानों में सच्चाई, जो इंसिडेंट्स इनके साथ होते थे, इनके दोस्त भी पूछते थे यार तुमने जो गाने हैं उसमें शब्द ऐसे लिखे हैं जो बड़े बुजुर्गों को ही पता होती है, क्योंकि इनका उठना बैठना बुजुर्गों के साथ था। काफ़ी मुश्किल वर्ड्स हैं जो आज हमें भी नहीं पता होते। ऐसे वर्ड्स एक छोटे नौजवान बच्चे को कैसे पता है। हम और सिंगर्स के गाने भी सुनते, इतने मुश्किल वर्ड यूज़ नहीं करते हैं जितने इन्होंने किए। और लोग बोर क्यों नहीं होते, इनके गाने सुनने में इंटरेस्ट क्यों रखते हैं, क्योंकि इन्होंने वो लड़कियों वाले जो कहा ना कि वो नहीं इन्होंने गाए, झांझरों वाले वो है, उन्होंने अलग लिखा है पंजाब की प्रॉब्लम्स के बारे में। फिर उन्हें पता चला कि मैं तरक्की कर रहा हूँ, लोग जलने लग गए हैं मुझसे, तो उन्होंने वो भी लिख दिया। जो महसूस करते थे फटाफट गाने में लिख देते थे। और उनके दोस्त कहते हैं मुझे तो पता नहीं चलता था, सिद्धू तुम्हें इतनी समझ है, उनको इतनी समझ थी भी तुम्हें कैसे इतने जैसे कि ये बुजुर्गों के साथ बैठ के आया हो ना, उनके साथ ज़िंदगी बिताई हो, ऐसे-ऐसे वर्ड ये अपने गानों में यूज़ करते थे।
सच्चाई लिखते थे अपने गानों में, सच बोलते थे। तो भी ये इंडिपेंडेंट थे, इनको देखकर इन्होंने कहा कि हाँ, जो लोग जो सिंगर्स मेहनत करते हैं वो आगे बढ़ेंगे, इंडिपेंडेंट बनेंगे। इसमें शक्ल सूरत, इनको कई बार कहते तुम अच्छे नहीं, सुंदर नहीं हो। तो इन्होंने इन्होंने कहा था मेरी माँ तो मुझे सुंदर मानती है ना, माँ की नज़र में तो मैं सुंदर हूँ। तो कहते हैं कि इनके दोस्त कहते हैं ऊंचा लंबा है कोई ऐसा इंडस्ट्री में, इतना रोक धो वाला, कितना शरीर है इनका, शरीर था। तो कहते सबसे बढ़िया था, इंडिपेंडेंट था। इनको देखकर ही कुछ सिंगर्स अब इंडिपेंडेंट बनने शुरू हो गए हैं, ये इनकी प्रथा के अनुसार। तो ऐसा जो था सिद्धू मूसेवाला कुछ अलग ही था, कुछ अलग ही लिखते थे, सब कुछ अलग अलग था इनका। इनकी स्ट्रगल थी, इनके मम्मी डैडी को भी इनका टैलेंट के बारे में बहुत बाद में पता चला, जब इन्होंने कनाडा से आके तो ये शुभ दिल से सिद्धू मूसेवाला बन गए थे। उनके बाद तो इनका बस सफर चल पड़ा, इन्होंने बस गाने लोग सुनने लगे। कुछ लोग तो जब जिंदा थे, कुछ लोग मतलब कि बहुत सारे लोग तो 80% लोग तो नहीं जानते होंगे इनके बारे में। और वह हथियारों की नज़र से देखते थे, ये हथियार रखता है। हथियार तो भाई उनकी मतलब कि था, सेफ्टी के लिए इतनी था ना, सेफ्टी के लिए रखा हुआ पहले था उनको उन्होंने। शौक था, पहले उनको शौक था जब नए नए वो आए थे तब उनको शौक था, लेकिन धीरे धीरे जब उनकी तरक्की हुई, उनके हेटर्स बढ़ गए, उनसे लोग जलने लगे, धमकियां उनको थ्रेट्स आने लगी, तो वो शौक से उनका सेफ्टी के लिए बन गया। पहले शौक था, फिर जब धमकी आने लग गई, थ्रेट्स आने लग गए, फिर वो उनकी सेफ्टी के पर्पज से भाई रखना जरूरी होता है। अब उन लोगों को क्या पता जो घर पे बैठ के बातें कर रहे हैं, वो इतना बड़ा सिंगर, क्या पता किस लेवल की, भाई जान से मारने की धमकी कोई छोटी धमकी होती है? किसको नहीं अपनी जान प्यारी है ना। जब किसी के ऊपर आती है तो हाथ पैर मारता ही है। जब छोटी सी कीड़ी को भी आप मारोगे ना तो वो भी हाथ पैर मारेगी, आपको काटेगी ताकि बच पाए। तो इसलिए और गए सबसे बड़ी बात देखो, सिद्धू पाजी इतने टैलेंटेड थे, जैसे उनके जो फ्रेंड है उन्होंने बताया कि वो एट द मोमेंट गाना लिख देते थे। कभी कभी तो कहते हैं वो स्टूडियो में ना बस एक लाइन लिख के ले जाते थे हेडिंग, और वहीं पे फटाफट बस साथ के साथ ही गा देते थे। मतलब देखो साथ के साथ ही गाना गा देना, नहीं तो लोग पहले लिखते हैं, अगर उनको कुछ पसंद नहीं आता फिर उसमें से कुछ काट भी देते हैं, मतलब टाइम लगता है। कुछ सिंगर्स ये कहते हैं फटा एक लाइन ले जाते थे, वहीं से गा देते थे सारा। और जो उनका जो सो हाई सॉन्ग था उन्होंने बताया कि सिर्फ वो $500 में बना, सिर्फ $500। कहने के लिए चलो वो इंडियन करेंसी में कितना हो जाएगा, हजारों में हो जाएगा, लेकिन अगर आपने सो गाई गाना सुना हो तो आज के टाइम में, आज के तारीख में उसको 650 मिलियन व्यूज मिल चुके हैं, 650 मिलियन। और वो कितने में बना वीडियो उसका? $500 में। तो आप सोचो। और ये भी कहा ना कि जो बड़े सिंगर्स का, इनका कभी गाना फ्लॉप नहीं हुआ। जो बड़े सिंगर्स का तो सुपरहिट गाना होता था, उनसे तो इनका फ्लॉप गाना ही, उनके व्यू ज्यादा होते थे। फ्लॉप नहीं कह सकते, मतलब जिसपे कम व्यूज आए हैं, हाँ। या मतलब थोड़े लोगों, कम लोगों ने सुना हो, वो जो अच्छे से अच्छे सिंगर के जो हिट गाने हैं उनसे भी ज्यादा हिट होता। मतलब इनका कम चला हुआ गाना भी बाकी सिंगरों से ज्यादा चले हुए गाने से भी ऊपर होता था। मतलब वही सोच लो कि इनके लिरिक्स, मैं कहता हूँ जो लोग इनको बुरा कहते हैं ना, वैसे तो कुछ लोग तो अब कहते हैं ना वो क्या क्या कहते हैं उसको, गिरगिट की तरह बदलते हैं। पहले जो उनको बुरा बोलते थे उनको उनके जाने के बाद उनको अच्छा बोलने लग गए, उनको ट्रिब्यूट देने लग गए हैं ना, व्यूज लेने के लिए। अब तो कोई बेनिफिट नहीं है, जितने मर्जी ट्रिब्यूट दो, जो मर्जी बोलो, कोई बेनिफिट नहीं है। मैं तो ये कहता हूँ सेम रहो, जब अगर पहले नफरत करते थे आज भी नफरत करो, वैसी इंसान बन के रहो। ये मगर मैं मतलब गिरगिट की तरह बदलो मत। तो वही है ना कि वो टैलेंटेड थे, वो अलग लिखते थे, तभी उन्होंने, उनके फ्रेंड ने कहा ना कि आज भी कई लोगों के लिए सिद्धू पाजी मोटिवेशन है भाई, हमारे खुद के लिए मोटिवेशन है। हम उनके गाने सुनते हैं, जब भी कभी लो फील करते हैं ना, उनका सो गाई गाना लगा दो बस, मतलब ऐसा लगेगा कि मतलब एकदम एक सेकंड पहले, एक मोमेंट पहले आप लो फील कर रहे हो, और जब सोहाई गाना सुना तो पता नहीं एकदम से मोटिवेशन आ जाती है। वही है ना, ये भी एक दान है, किसी को हौसला देना, किसी को मोटिवेशन देना। हर दान पैसे से नहीं होता, किसी को हौसला देना भी दान ही है। वो बहुत बड़ा दान दे के गए हैं हमें। इनके दोस्त भी कहते हैं उनके गाने पॉजिटिविटी से हाँ, पॉजिटिविटी से भरे होते थे। मतलब वो खुद चाहे अंदर से तकलीफों से गुजर रहे होते थे, कितनी तकलीफें थी उनको, वो कहते हैं, जैसे बीच में उन्होंने लाइन बोली, उन्होंने एक गाना गाया था, उसमें बोला था कि भी प्रोना तो अड्डा फेर आ गया, भी ऐसे कुछ बोला था ना उन्होंने। एक उनका गाना भी है कि प्रोना तेरा फेर आ गया, मेरा टाइम गया, गल्ला डाउन लग गई, कि ऐसा कुछ था। वो कहने का मतलब उनका ये था
कि उन पे ना जब स्टार्टिंग में वो जब मशहूर होते गए तो उन पे लोगों ने झूठे केस डालने शुरू कर दिए। तो अब भाई अब केसों में वो उलझे रहते थे सिद्धू पाजी, तो उन दिनों में इनके गाने भी कम आते थे, है ना। तो बाकी सिंगर्स को लगा भाई ये तो डर के बैठ गया घर पे, अब तो ये गाने नहीं लाता है। एक्चुअल में बात वो नहीं थी, बात ये थी कि उन पे जो केस डाल रहे थे लोग झूठे, है ना, तो उनमें बिजी रहते थे। अब क्या करें, वो गाने गाएं या फिर अपने केसों के जो उन पे झूठे केस हैं उनसे उलझे वो। तब इसलिए उन्होंने बोला, जब बाद में केसों से निपटारा हो गया, थोड़े से फ्री हुए, फिर वो दोबारा सिंगिंग लाइन में फिर गाने लाने शुरू किए। फिर उन्होंने बोला कि ਤੁਹਾਡਾ ਪ੍ਰਾਹੁਣਾ ਫੇਰ ਆ ਗਿਆ, ਵੀ ਜੋ ਤੁਸੀਂ गलत फहमी च बैठे सी ना कि घर बह गया डर गया, वो गलत फहमी निकाल दी उन्होंने। तो इसलिए उन्होंने ये बोला। तो हाँ जी हाँ जी ना, और आखिर में उन्होंने कहा था कि वो ना अगर कोई बात मानने वाले होते तो छोटे बच्चे की भी मान लेते थे भी आप ऐसे लिखो, लेकिन अगर उनको कुछ बात लिखनी होती थी ना, उनको जो लग जाती थी तो कोई भी कहे मानते नहीं थे, जितना मर्जी प्रेशर होगी तुम बात मत लिखो। कई वे गानों में उसके पापा कहते इतना सच मत लिखो, लेकिन जब उनको लिखने का होता था कि मैंने तो ये सच लिखना है तो लिख देते थे, तब अपने मन की करते थे। वो इतने सच्चे हम्बल डाउन टू अर्थ बंदे थे वो, मतलब कि अगर बड़े क्यूट से लोग उनको भोले थे। उनके दोस्त ने बताया कि वो बहुत भोले थे कॉलेज लाइफ में। तो कॉलेज लाइफ में तो उनकी जो सीढ़ी थी वो फर्स्ट नंबर पे थी। उसके बाद आज जो उनके बताया वो मतलब कि उनकी पहचान बनने लग गई थी। जो सेकंड पार्ट में उन्होंने बताया कि उनकी पहचान बनने लगी, उनको पहचानने लग गए थे। और उनकी लिरिक्स में जो शब्द होते थे इतने वजनदार होते थे ना। आज हम गाने सुनते हैं ना तो 4-4 बार पढ़ते हैं, इसका कहने का क्या मतलब है। तो इतने मतलब कि इतनी समझ रखते थे म्यूज़िक इंडस्ट्री की। वो म्यूज़िक में तो बुजुर्ग थे वो, तो वैसे बच्चे थे, लेकिन जो उनके पहचान थी ना म्यूजिक की, उसमें वो बुजुर्ग थे। दिमाग था ना उनके पास, उनका दिमाग था, वो फटाफट मतलब कि हमें कोई गाना लिखने को कहे हम थोड़ी लिख सकते हैं, ये तो गॉड गिफ्टेड होता है। उनको गॉड गिफ्टेड टैलेंट ही मिला हुआ था, अभी फटाफट गाने को लिख देना। 1 महीने में उनका 4-4 5-5 गाने जब वो आए केसों से बाहर आए, 5-5 गाने में लिख देते थे वो। इतनी उनके मम्मी पापा भी शायद उनको समझ नहीं पाए। उनके दोस्त ने जो ये ऐसा दोस्त भी मैं कहती किसी को नहीं मिलता ऐसे, मतलब कि इनके दोस्त ने समझना शुरू कर दिया था। उनके पापा को शायद बाद में पता चला, इस दोस्त ने फील करना शुरू कर दिया था कि है यार इसमें कोई बात है, इसमें ये जाएगा ऊपर तक जाएगा। तभी उन्होंने कहा था इनको कनेडा मत भेजो, क्योंकि उनको पता था लिंक्स तो जहाँ पे ही बनने लग गए हैं, यहीं पे पैसे कमा लेगा। लेकिन तब तक उनके पापा को शायद अपने बेटे की टैलेंट की पहचान नहीं हो पाई थी, इसलिए उन्होंने कहा कि कनेडा जाएगा कुछ पैसे कमा लेगा। अभी उनके मम्मी पापा ने कहा हमें भी बड़ी देर में समझ आई है कि हमारे बच्चे में तो वाह क्या टैलेंट है, इतना कुछ उसने कमा लिया, इतना कुछ हवेली खड़ी कर दी, इतना कुछ कर गया बच्चा। वो पता नहीं क्या मतलब कि अलग अलग सा था वो बिल्कुल। गाने लोग यहाँ पे मतलब कि कार में ट्रकों में क्यों लगाते हैं, शादियों में उनके गाने क्यों लगाते हैं, कुछ बात अलग सी है, अलग सी। उनमें ना झांझरों वाली बात है, जो कि बोर हो गए थे लोग ऐसे गाने सुन सुनकर, जिसमें लड़कियों की तारीफ है, लड़कियों पे गाना है, लड़कियों का प्यार जुदाई वाले गाने गाते रहते हैं। बोर हो गए थे लोग इनसे। अब लोगों को भी अलग से कुछ सुनना था, अलग से पढ़ना था, तो लोगों को मिला। उन्होंने डिसपॉइंट नहीं किया सिद्धू मूसेवाला जी ने, अलग लिखा और लोगों को अलग सुनने को मिला। लोगों का मूड बदला, लोगों में पॉजिटिविटी आई, यार कुछ तो है अलग बात इसके गाने में, तो लोग सुनने लग गए हैं। अब लोग सुनते ही हैं बार बार उनके गाने को एक बार नहीं, एक बार सुनने से मन नहीं भरता, बार बार पढ़ते जाओ, सुनते जाओ, फिर भी मन नहीं भरता। ऐसा उनके गानों में वजन है, ऐसा कोई अट्रैक्शन है उनके गानों में। तो तभी तो उनके जाने के बाद देखो कितने मतलब के लोग रोए हैं सबकी आंखों में। जब उनका गाना पहला रिलीज हुआ था कहते थे कितने आंसू आए हैं, है ना। तो हमें तो अच्छा लगा ये इंटरव्यू, आप सुनना, आपको समझ आएगी क्या स्ट्रगल रही है, एकदम से नहीं बन गई वो। हाँ जी गाइस मैं उम्मीद करता हूँ कि ऐसे इंटरव्यूज आने चाहिए ताकि हमें और सिद्धू पाजी के बारे में पता चले, क्योंकि हमें तो ये बातें पता ही नहीं है, हमें तो सिर्फ जितना सुने हैं उतना ही पता है। लेकिन ये जो उनके क्लोज फ्रेंड्स है, ये जो बातें इन्होंने बताई हम तो हैरान है कि भाई सिद्धू पाजी ऐसे भी थे। तो और ऐसे आनी चाहिए ऐसे एपिसोड, ऐसे इंटरव्यूज, उनके जो क्लोज फ्रेंड्स थे या जो क्लोज रिलेटिव जिनके साथ वो उठते बैठते थे, उनसे ऐसे इंटरव्यूज लेने चाहिए ताकि हमें और उनके बारे में पता चले। सो गाइस ठीक है, वीडियो ज़्यादा लंबी हो गई है, सो गाइस वीडियो को एंड करते हैं। ऑलरेडी मम्मी ने सारा बता ही दिया, आपको एक्सप्लेन कर दिया, बोर हो गए होंगे शायद। तो गाइस फिर इसका जो ये सेकंड पार्ट हो गया, तो इसका जो अगले जो पार्ट्स होंगे
वो हम फिर उस पर भी रिएक्ट करेंगे और पूरा इस इंटरव्यू को हम खत्म करेंगे। सो गाइज, अगर आप हमारे चैनल पे नए हैं, पहली बार हमारी वीडियो देख रहे हैं, तो काइंडली हमारे चैनल को सब्सक्राइब करें, क्योंकि मैं हमेशा कहता हूँ कि आप हो तो हम अकेले कुछ नहीं कर सकते, आपकी वजह से हम ग्रो करेंगे, और जितना किया सिर्फ आपकी वजह से किया, तो उसके लिए थैंक यू। और गाइज, अगर आपको हमारी वीडियो अच्छी लगती है तो शेयर किया करें, कमेंट किया करें, लाइक किया करें, अगर कुछ कमी दिखती है तो वो भी कमेंट में बता दिया करें। अगर ज़्यादा लंबा हो जाता है तो प्लीज़ हमें करें कि आप शॉर्ट में बताएं, कुछ भी कमी है बता दिया करें। तो ठीक है गाइज, वीडियो एंड करते हैं, फिर नेक्स्ट टाइम किसी नई वीडियो पे रिएक्शन देंगे। टिल देन आप भी अपना ध्यान रखें और खुश रहें, हंसते रहें, मुस्कुराते रहें। बाय बाय।